कोई एलीगेशन विद प्रूफ लग गया, सुखजिंदर सिंह रंधावा एक दिन च रिजाइन करके अपने घर चला जाएगा और बिल्कुल कहेगा कि मैनू अरेस्ट करो तो मेरे ते केस चलाओ। देख लो ये गल तुसीं कह रहे हो, क्योंकि मैं कह नहीं रहा, मैं ਨਾਲ ਹੀ ਉਹਨਾਂ ਨੇ ਲਿਖ ਕੇ ਕਾਗਜ਼ ਤੇ ਦਿੱਤਾ ਹੈ, ਕਹਿੰਦੇ ਕਿ ਬਾਦਲ ਹੁਣੀ ਵੀ ਹਾਰ ਰਹੇ ਨੇ ਔਰ ਚਰਨਜੀਤ ਸਿੰਘ ਚੰਨੀ ਕਹਿੰਦੇ ਦੋਵਾਂ ਸੀਟਾਂ ਤੋਂ ਹਾਰ ਰਹੇ ਨੇ कि चरणजीत सिंह चन्नी दोनों सीटों तो जितेगा और इनू चैलेंज मैं करना कि जे एडी जरूरत सी तो फिर चरणजीत चन्नी दे कोई आप ਕਿਹੜੀ ਚੀਜ਼ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਬਹੁਤ ਇਮੋਸ਼ਨਲ ਹੋ ਜਾਂਦੇ? मैं ਕਿਹਾ ਕਿ ਸਭ ਤੋਂ ਵੱਧ ਬੋਲਣ ਦਾ ਮੈਨੂੰ ਖਮਿਆਜਾ ਭੁਗਤਣਾ ਪਿਆ। ਕਿਹੜਾ ਖਮਿਆਜਾ ਭੁਗਤਣਾ ਪਿਆ ਰੰਧਾਵਾ ਨੂੰ? कैप्टन अमरिंदर सिंह का भुगतना पिया सी कि ਜਦ ਸਰਕਾਰ ਬਣਦੀ ਹੈ ਤਾਂ ਸੁਖਜਿੰਦਰ ਰੰਧਾਵਾ ਕਿਹੜਾ ਅਹੁਦਾ ਲੈਣਗੇ? ਅੱਛਾ, ਦੁਬਾਰਾ ਹੋਮ ਮਿਨਿਸਟਰ ਬਣਨਾ। ਸਿੱਖਿਆ ਨੂੰ ਲੈ ਕੇ ਕੋਈ ਗੱਲ ਨਹੀਂ ਕਰਦਾ ਔਰ ਉਸੇ ਤੇ ਕੇਜਰੀਵਾਲ ਹੁਣ ਕਹਿ ਰਹੇ ਨੇ ਕਿ ਦਿੱਲੀ ਮਾਡਲ ਅਸੀਂ ਪੰਜਾਬ 'ਚ ਲੈ ਕੇ ਆ ਰਹੇ ਹਾਂ। केजरीवाल साहब तुहाडे वांगू माफ़ी नहीं मंगी। कंपटीशन बड़ा टफ हो गया और मजीठिया कहते कि हंकार तोड़ना है इस बार सिद्धू का। मेरा ख्याल कि सिद्धू नालों वध हंकारिया ये आ, कहते ने नवजोत सिंह सिद्धू पूरे पूरे कॉन्फिडेंस है, कहता जितूंगा और कहता धौन ते गोडा रख के जितूंगा, जिद्दां ओहदी हुंदी है गल करन दा स्टाइल। दल ने मैनीफेस्टो जारी किया, उस मैनीफेस्टो ਨੂੰ ਕਿੱਦਾਂ ਦੇਖਦੇ ਹੋ? ਅਕਾਲੀ ਦਲ ਕਹਿ ਰਿਹਾ ਕਿ ਸਾਡੀ ਸਰਕਾਰ ਆਉਣ ਦਿਓ, ਨੁਹਾਰ ਬਦਲ ਜਾਣੀ ਪੰਜਾਬ। ਆਹ ਨੁਹਾਰ ਤੇ ਫਿਰ ਜਿਹੜੇ ਕਹਿੰਦੇ ਨਾ ਪਹਿਲਾਂ ਟਰੱਕਾਂ 'ਚ ਪੈਸੇ ਲੈ ਕੇ ਆਉਂਗੇ। ਇਹਦੇ ਡਰ ਲੱਗਦਾ ਕਿਉਂਕਿ ਪੰਗੇ ਤੁਸੀਂ ਬਹੁਤਿਆਂ ਨਾਲ ਲਏ ਹੋਏ ਆ। ਹਰੇਕ ਤੀਜੇ ਚੌਥੇ ਪੰਜਵੇਂ ਦਿਨ ਸਟੇਟਮੈਂਟ ਆਉਂਦੀ ਸੀ ਕਿ ਫਲਾਣੇ ਬੰਦੇ ਤੇ ਕਾਰਵਾਈ, ਅਸੀਂ ਇਹ ਕਰ ਦੇਣਾ ਉਹ ਕਰ ਦੇਣਾ। ਤਾਂ ਸਭ ਕਈ ਦਫਾ ਅਸੀਂ ਕਵਰ ਕਰਿਆ ਤੁਹਾਨੂੰ, ਤੁਸੀਂ ਕਈ ਵਾਰ ਇਮੋਸ਼ਨਲ ਹੋ ਜਾਂਦੇ ਔਰ ਹੁਣ ਵੀ ਇਮੋਸ਼ਨਲ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਲੱਗਦਾ ਕਿ ਯਾਰ ਆਹ ਕੰਮ ਸੀਗੇ? ਜਾਂ ਪੋਲਿਟਿਕਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਮੋਸ਼ਨਲ ਬੰਦਾ ਫੇਲ ਹੋ ਜਾਂਦਾ ਹੈ। ਬਿਲਕੁਲ। ਵਿਧਾਨ ਸਭਾ ਪਹੁੰਚਣਗੇ ਕਿਹੜੇ 117 ਉਮੀਦਵਾਰ? ਪੰਜਾਬ ਵਿੱਚ ਕੌਣ ਬਣਾਉਣ ਜਾ ਰਿਹਾ ਹੈ ਨਵੀਂ ਸਰਕਾਰ? ਪਿੰਡ ਦੀ ਸੱਤ ਤੋਂ ਲੈ ਕੇ ਵਿਧਾਨ ਸਭਾ ਤੱਕ ਖਾਵਾਂਗੇ ਮਾਲਵੇ ਦਾ ਹਰ ਰੰਗ। ਦੁਆਬੇ ਤੇ ਵੀ ਰਹੇਗੀ ਸਾਡੀ ਤਿੱਖੀ ਨਜ਼ਰ। ਮਾਝੇ ਦੀ ਸਿਆਸਤ 'ਚ ਕੀ ਰਹੇਗਾ ਖਾਸ? ਸਟੂਡੀਓ ਤੋਂ ਲੈ ਕੇ ਗਰਾਊਂਡ ਜ਼ੀਰੋ ਤੱਕ ਨਿਊਜ਼ ਰੂਮ ਤੋਂ ਰੱਖਾਂਗੇ ਹਰ ਖਬਰ ਤੇ ਨਜ਼ਰ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸਿਆਸਤ ਦਾ ਦੱਸਾਂਗੇ ਤੁਹਾਨੂੰ ਪੂਰਾ ਹਾਲ। ਸਭ ਤੋਂ ਪਹਿਲਾਂ ਸਭ ਤੋਂ ਸਟੀਕ ਮੈਂ ਯਾਦਵਿੰਦਰ ਸਿੰਘ। ਮੈਂ ਹਾਂ ਗਗਨਦੀਪ ਸਿੰਘ। ਮੈਂ ਹਾਂ ਵਿਕਰਮ ਸਿੰਘ। ਮੈਂ ਹਾਂ ਸ਼ੁਭਕਰਮਨ ਧਾਲੀਵਾਲ। ਮੈਂ ਹਾਂ ਸਿਮਰਨਜੀਤ ਸਿੰਘ। ਮੈਂ ਹਾਂ ਮਨਦੀਪ ਕੌਰ ਸੰਧੂ। ਮੈਂ ਹਾਂ ਕਰਨ ਹਾਂਡਾ। ਮੈਂ ਹਾਂ ਮਨਦੀਪ ਜੋਤ ਸਿੰਘ। ਮੈਂ ਹਾਂ ਸੀਰਤ ਸੰਧੂ। ਅਸੀਂ ਟੀਵੀ ਮੀਡੀਆ ਦੀ ਸਭ ਤੋਂ ਬੈਸਟ ਟੀਮ ਨਾਲ ਚੋਣਾਂ ਦੀ ਸਭ ਤੋਂ ਅਹਿਮ ਕਵਰੇਜ 20 ਫਰਵਰੀ ਨੂੰ ਲੈ ਕੇ ਆਵਾਂਗੇ। ਜੁੜੇ ਰਹੋ ਦਿਨ ਭਰ। ਚੋਣ ਪ੍ਰਚਾਰ ਰੁਕਣ ਵਾਲਾ ਹੈ ਔਰ ਸਭ ਦੀਆਂ ਧੜਕਣਾਂ ਤੇਜ਼ ਨੇ। ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਚੱਲ ਰਿਹਾ ਹੈ। ਘਰ ਘਰ ਜਾ ਕੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਚੱਲ ਰਹੀ ਸੀ ਔਰ ਸਾਡੇ ਨਾਲ ਗੱਲਬਾਤ ਕਰਨ ਲਈ ਸੁਖਜਿੰਦਰ ਸਿੰਘ ਰੰਧਾਵਾ ਨੇ, ਡਿਪਟੀ ਸੀਐਮ ਤੇ ਗ੍ਰਹਿ ਮੰਤਰੀ। ਰੰਧਾਵਾ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਧੰਨਵਾਦ। ਕਿਸ ਤਰ੍ਹਾਂ ਚੱਲ ਰਿਹਾ ਸੀ ਪ੍ਰਚਾਰ ਪ੍ਰਸਾਰ? ਜ਼ੋਰ ਲੱਗਿਆ ਹੋਇਆ ਸੀ ਪੂਰਾ, ਅਸੀਂ ਲਗਾਤਾਰ ਦੇਖ ਰਹੇ। ਮੇਰੇ ਖਿਆਲ ਸਾਡੇ ਪ੍ਰਚਾਰ ਨਾਲ ਤੋਂ ਵੱਧ ਪ੍ਰੋ ਪੰਜਾਬ ਜਿਹੜਾ ਉਹਨੇ ਪੰਜਾਬ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਗਰਮ ਕਰ ਦਿੱਤੀਆਂ ਨੇ ਔਰ ਬੜੇ ਵਧੀਆ ਤਰੀਕੇ ਨਾਲ ਤੁਸੀਂ ਜਿਹੜੀ ਕਵਰੇਜ ਕਰ ਰਹੇ। ਮੈਂ ਤੁਹਾਡੇ ਇਸ ਚੈਨਲ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਗਲੀ ਗਲੀ ਔਰ ਮੁਹੱਲੇ 'ਚ ਜਾ ਕੇ ਇਹ ਆਪਣਾ ਫਰਜ਼ ਨਿਭਾ ਰਹੇ ਹੋ ਕਿ ਲੋਕਾਂ ਨੂੰ ਕਰ ਰਹੇ ਹੋ ਕਿ ਕਿਵੇਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣਾ। ਕਿਸ ਤਰ੍ਹਾਂ ਦੇਖਦੇ ਹੋ ਰੰਧਾਵਾ ਸਾਹਿਬ, ਚੈਲੰਜ ਕੀ ਆਏ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੂੰ? ਕਿਉਂਕਿ ਤੁਸੀਂ ਪਹਿਲਾਂ ਜੇਲ੍ਹ ਮੰਤਰੀ ਸੀ ਔਰ ਕੋਈ ਹੋਰ ਡਿਪਾਰਟਮੈਂਟ ਸੀਗੇ ਤੁਹਾਡੇ ਕੋਲ, ਪਰ ਇੱਕ ਅਹਿਮ ਜ਼ਿੰਮੇਵਾਰੀ, ਬਹੁਤ ਵੱਡੀ ਜ਼ਿੰਮੇਵਾਰੀ ਸੀ ਤੁਹਾਡੇ ਮੋਢਿਆਂ ਤੇ। ਗ੍ਰਹਿ ਮੰਤਰੀ ਬਣਾਇਆ ਜਾਂਦਾ, ਡਿਪਟੀ ਸੀਐਮ ਬਣਾਇਆ ਜਾਂਦਾ। ਕਿਹੜੇ ਚੈਲੰਜ ਲੱਗਦੇ ਆ ਸੁਖਜਿੰਦਰ ਰੰਧਾਵਾ ਨੂੰ, ਜਾਂ ਜਿਹੜੇ ਕੰਮ ਤੁਹਾਨੂੰ ਲੱਗਦਾ 111 ਦਿਨਾਂ ਦੇ ਵਿੱਚ ਆ ਕਰਤੇ ਵੀ ਲੋਕ ਸਵਾਲ ਨਹੀਂ ਪੁੱਛਣਗੇ? ਇਹ ਮੈਂ 111 ਦਿਨਾਂ 'ਚ ਜਿਹੜੀ ਗੱਲ ਕਰ ਰਿਹਾ ਉਹਦੇ ਵਿੱਚ ਇੱਕ ਚੀਜ਼ ਜਿਹੜੀ ਸਭ ਤੋਂ ਪਹਿਲੀ ਚੀਜ਼ ਸੀ ਕਿ 2015 ਦੇ ਵਿੱਚ ਗੁਰੂ ਦੀ ਬੇਅਦਬੀ ਹੋਈ ਤੇ ਉਸ ਡੇਰਾ ਮੁਖੀ ਨੂੰ ਕਿਸੇ ਨੇ ਪੁੱਛਗਿੱਛ ਨਹੀਂ ਕੀਤੀ, ਇੱਕ ਵਾਰੀ ਵੀ ਨਹੀਂ ਹੋਈ। ਤੇ ਉਹਦੇ 'ਚ ਮੈਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾਧੀ ਸੀ, ਉਹਨੇ ਤਾਂ ਇੱਕ ਵਾਰ ਨਹੀਂ ਕੀਤਾ, ਪਰ ਉਹਦੇ ਵਿੱਚ ਤੁਹਾਨੂੰ ਵੀ ਪਤਾ, ਤੁਹਾਡਾ ਵੀ ਉਦੋਂ ਚੈਨਲ ਮਗਰੇ ਗਿਆ ਸੁਨੇਰੀਆ ਜੇਲ੍ਹ 'ਚ। ਅਸੀਂ 2 ਵਾਰੀ ਉੱਥੇ ਜਾ ਕੇ ਦੀ ਪੁੱਛਗਿੱਛ ਕੀਤੀ, ਡੇਰੇ 'ਤੇ ਵੀ ਕੀਤੀ, ਜਿਹੜੇ ਡੇਰੇ ਦੇ ਪ੍ਰੇਮੀ ਬਾਕੀ ਸੀ, ਤੇ ਨਾਲ ਹੀ ਉਹਦੇ 'ਚ ਜਿਹੜੇ ਉੱਥੇ ਕੰਧਾਂ 'ਤੇ ਇਸ਼ਤਿਹਾਰ ਲਾਏ ਗਏ ਸੀ ਉਹਨਾਂ ਦਾ ਜਿਹੜੀ ਮੈਂ
ਜਿਹੜੇ ਰਿਟਨ ਐਕਸਪਰਟ ਨੂੰ ਭੇਜ ਕੇ ਉਹ ਬੰਦਾ ਵੀ ਇੱਕ ਸਨੀ ਆ, ਉਹ ਵੀ ਅਸੀਂ ਕੱਢ ਲਿਆ ਕਿ ਇਸ ਬੰਦੇ ਨੂੰ ਇਸ਼ਤਿਹਾਰ ਸੀ। ਅਤੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਉਸ ਵੇਲੇ ਇਹ ਕਰ ਲੈਂਦੇ ਕਿ ਉਹ ਹੈਂਡ ਰਿਟਨ ਜਿਹੜੇ ਇਸ਼ਤਿਹਾਰ ਲੱਗੇ ਸੀ ਸਾਰੇ ਪਿੰਡ ਦੀ ਹੈਂਡ ਰਾਈਟਿੰਗ ਜਿਹੜੀ ਸੀਗੀ ਉਹ ਲੈ ਕੇ, ਅਤੇ ਇਹ ਗੁਰੂ ਦੀ ਬੇਅਦਬੀ ਨਹੀਂ ਸੀ ਹੋ ਸਕਦੀ। ਪਹਿਲੀ ਗੱਲ ਤਾਂ ਮੈਂ ਉਹ ਜਿਹੜੀ ਪਹਿਲੇ 15 ਦਿਨਾਂ 'ਚ ਮੈਂ ਉਹ ਲੱਭ ਲਿਆ ਕਿ ਕਿਹੜਾ ਬੰਦੇ ਨੇ ਉੱਥੇ ਇਸ਼ਤਿਹਾਰ ਲਾਏ ਸੀ। ਦੂਸਰੀ ਜਿਹੜੀ ਚੀਜ਼ ਸੀਗੀ ਸਭ ਤੋਂ ਵੱਡਾ ਮੇਰੇ ਲਈ ਚੈਲੰਜ ਸੀਗਾ, ਜਿਹੜੇ ਕਹਿੰਦੇ ਸੀ ਕਿ ਤੁਸੀਂ ਨਸ਼ਾ ਜਿਹੜੇ ਨੇ ਉਹ ਕਿਵੇਂ ਬੰਦ ਕਰੋਗੇ, ਉਹਨਾਂ ਨਸ਼ਾ ਤਸਕਰ ਜਿਹੜੇ ਨੇ, ਅਤੇ ਤੁਸੀਂ ਵੀ ਕਈ ਵਾਰ ਸਵਾਲ ਪੁੱਛਿਆ ਜੀ ਜਿਹੜੀ ਵੱਡੀਆਂ ਮੱਛੀਆਂ ਬਿਗ ਫਿਸ਼ ਨੇ ਉਹਨਾਂ ਨੂੰ ਕਿਉਂ ਨਹੀਂ ਹੱਥ ਪਾਉਂਦੇ, ਅਤੇ ਉਹਦੇ 'ਚ ਬਿਕਰਮ ਮਜੀਠੀਆ ਵਰਗਾ ਜਿਹੜਾ ਮਗਰਮੱਛ ਸੀਗਾ ਉਹਦੇ 'ਤੇ FIR ਕੀਤੀ, ਔਰ ਇਹਨਾਂ ਨੇ ਬੜੀ ਰੌਲੀ ਪਾਈ ਕਿ ਸਾਡੇ ਨਾਲ ਪੋਲੀਟੀਕਲ ਵੈਂਡੇਟਾ ਹੋਇਆ। ਹਾਈ ਕੋਰਟ ਦੇ ਵਿੱਚ ਬੇਲ ਅਪਲਾਈ ਕੀਤੀ ਗਈ, ਹਾਈ ਕੋਰਟ ਨੇ ਬੇਲ ਰਿਜੈਕਟ ਕੀਤੀ, ਔਰ ਜਿਹੜਾ ਆਰਡਰ ਆ ਉਹ ਜੇ ਪੜ੍ਹੋਗੇ ਤਾਂ ਉਹਦੇ 'ਚ ਬੜਾ ਕਲੀਅਰ ਕੱਟ ਕਿਹਾ। ਅਤੇ ਜਿਹੜੀ ਅਸੀਂ FIR ਕੀਤੀ ਆ ਉਹ ਅਸੀਂ ED ਬੇਸਡ ਜਿਹੜੀ ਇਨਵੈਸਟੀਗੇਸ਼ਨ ਸੀ ਉਹਦੇ ਮੁਤਾਬਕ ਕੀਤੀ। ਔਰ ਮੈਂ ਇੱਕ ਚੀਜ਼ ਦੀ ਬੜੀ ਮੈਨੂੰ ਹੈਰਾਨਗੀ ਆ ਕਿ ਮੋਦੀ ਸਾਹਿਬ ਕਿਸੇ ਨੂੰ ਬਾਂਹ ਮਰੋੜਨ ਦੀ ਕਦੀ ਵੀ ED ਦਾ ਰੇਡ ਕਰਾ ਦਿੰਦੇ ਆ, ਅਤੇ ਜਿਸ ED ਨੇ ਉਹਦੀ ਸਟੇਟਮੈਂਟ ਜਿਹੜਾ ਭੋਲਾ, ਔਲਖ ਔਰ ਭੁੱਲਰ ਤਿੰਨਾਂ ਦੀਆਂ ਸਟੇਟਮੈਂਟਸ ਜਿਨ੍ਹਾਂ ਨੇ ਕਿਹਾ ਕਿ ਅਸੀਂ ਬਿਕਰਮ ਮਜੀਠੀਆ ਜਿਹੜਾ ਇਹਦੇ ਵਿੱਚ ਇਨਵੋਲਵ ਹੈ, ਔਰ ਉਹਦੇ ਵਿੱਚ ਨਾਲ ਇਹ ਵੀ ਲਿਖਿਆ ਜਿਹੜੀ STF ਨੂੰ ਹਾਈ ਕੋਰਟ ਨੇ ਭੇਜੀ, ਉਸ ਵੇਲੇ ਦੀ STF ਨੇ ਲਿਖਿਆ ਕਿ ਇਹਦੀ ਇਨਵੈਸਟੀਗੇਸ਼ਨ ਦੀ ਲੋੜ ਹੈ, ਅਤੇ ਉਹਦੇ ਮੁਤਾਬਕ ਅਸੀਂ ਜਿਹੜੀ FIR ਕੀਤੀ, ਔਰ ਸੁਪਰੀਮ ਕੋਰਟ ਤੱਕ ਉਹ ਸਾਡੀ FIR ਅੱਜ ਵੀ ਸਟੈਂਡ ਕਰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤੂੰ 24 ਤਰੀਕ ਨੂੰ, ਇਹਨੇ ਕਿਹਾ ਕਿ ਮੈਂ ਇਲੈਕਸ਼ਨ ਲੜਨੀ ਹੈ, ਉਹਨਾਂ ਕਹਿਤਾ ਕਿ 24 ਤਰੀਕ ਨੂੰ ਜਾ ਕੇ ਕੋਰਟ 'ਚ ਸਰੈਂਡਰ ਕਰ। ਇਹ ਦੋ ਹੋਮ ਮਿਨਿਸਟਰ ਹੁੰਦੇ ਆ ਜਿਹੜੇ ਮੇਰੇ ਲਈ ਚੈਲੰਜ ਸੀਗੇ, ਜਿਹੜੇ ਲੋਕਾਂ ਦੇ ਆਸ ਸੀਗੀ ਕਿ ਇੱਕ ਵਾਰੀ ਉਹ ਮੈਂ ਕੀਤੇ ਨੇ। ਲੋਕਲ ਇਸ਼ੂਜ਼ ਕੀ ਨੇ ਜਿਹੜੇ ਤੁਹਾਡੇ ਹਲਕੇ ਦੇ ਨੇ? ਲੋਕ ਸਵਾਲ ਤਾਂ ਲੋਕਲ ਇਸ਼ੂਜ਼ ਨੂੰ ਲੈ ਕੇ ਵੀ ਕਰ ਰਹੇ ਹੋਣੇ, ਕਿਉਂਕਿ ਰੰਧਾਵਾ ਸਾਹਿਬ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅੱਜ ਦੇ ਸਮੇਂ ਸਭ ਤੋਂ ਵੱਡਾ ਮੁੱਦਾ, ਉਸ 'ਤੇ ਕੋਈ ਗੱਲ ਨਹੀਂ ਕਰਦਾ, ਸਿੱਖਿਆ ਨੂੰ ਲੈ ਕੇ ਕੋਈ ਗੱਲ ਨਹੀਂ ਕਰਦਾ, ਔਰ ਉਸੇ 'ਤੇ ਕੇਜਰੀਵਾਲ ਹੁਣ ਕਹਿ ਰਹੇ ਨੇ ਕਿ ਦਿੱਲੀ ਮਾਡਲ ਅਸੀਂ ਪੰਜਾਬ 'ਚ ਲੈ ਕੇ ਆ ਰਹੇ ਹਾਂ। ਪਹਿਲੀ ਗੱਲ ਤੇ ਕੇਜਰੀਵਾਲ ਦੇ ਜਿਹੜੀ ਤੁਸੀਂ ਗੱਲ ਕੀਤੀ ਆ ਕਿਹੜਾ ਮਾਡਲ ਹੈ? ਉਹਨੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਧੂੰਆਂ ਉਹ ਜਾ ਕੇ ਪੋਲੂਸ਼ਨ ਉੱਥੇ ਜਿਹੜਾ ਫੈਲਾਉਂਦਾ। ਸੁਪਰੀਮ ਕੋਰਟ ਨੇ ਕਹਿਤਾ ਕਿ ਤੇਰੀ ਇੰਡਸਟਰੀ ਕਰਦੀ ਹੈ ਧੂੰਆਂ, ਤੇ ਆ ਹੀ ਨਹੀਂ ਰਿਹਾ ਕਿਤੇ ਵੀ, ਅਤੇ ਇਹਦੇ ਤੋਂ ਬਾਅਦ ਇਹ ਝੂਠਾ ਕੀ ਹੈ? ਕਿਹੜਾ ਮਾਡਲ ਲਿਆਉਣਾ ਚਾਹੁੰਦਾ? ਪੰਜਾਬ ਨੂੰ ਬਰਬਾਦ ਕਰਨ ਦਾ? ਇਹਨੇ ਆਪਸ ਸਟੇਟਮੈਂਟ ਦਿੱਤੀ ਹੈ, ਅਤੇ ਜਿਹੜੇ ਪਾਣੀਆਂ ਦੇ ਉੱਤੇ ਕਿ ਪਾਣੀਆਂ ਦੇ ਬੈਠ ਕੇ ਜਿਹੜੀ ਹੈ ਇਹ ਗੱਲਬਾਤ ਹੋਣੀ ਚਾਹੀਦੀ ਹੈ। ਇਹਦਾ ਮਤਲਬ ਕਿ ਇਹ ਚਾਹੁੰਦਾ ਕਿ ਸਾਡੇ ਪਾਣੀ ਹਰਿਆਣੇ ਨੂੰ ਦਿੱਤੇ ਜਾਣ, ਅਤੇ ਫਿਰ ਜੇ ਕੱਲ੍ਹ ਨੂੰ ਇਹ ਵੀ ਕਹਿ ਦੂਗਾ ਕਿ ਜਿਹੜੇ ਪੰਜਾਬੀ ਬੋਲਦੇ ਇਲਾਕੇ ਇਹ ਵੀ ਹਰਿਆਣੇ ਨੂੰ ਦਿੱਤੇ ਜਾਣ, ਅਤੇ ਇਹ ਜਿਹੜੀਆਂ ਚੀਜ਼ਾਂ ਨੇ ਡਿਊਲ ਦੀ ਹੈਗੀ ਆ, ਇਹਦੇ 'ਤੇ ਕਦੀ ਵੀ ਪੰਜਾਬ ਨਹੀਂ ਕਰ ਸਕਦਾ। ਔਰ ਇਹਨੇ ਅੱਜ ਤੱਕ ਤੁਹਾਨੂੰ ਵੀ ਪਤਾ ਆਪਣੇ ਕੋਲ ਪਾਣੀ ਦਾ ਸ਼ੇਅਰ ਦਿੱਲੀ ਲਈ ਵੀ ਮੰਗਿਆ, ਅਤੇ ਇਹ ਐਂਟੀ ਪੰਜਾਬ ਆ, ਔਰ ਇਹਦੀ ਜਿਹੜੀ ਸੋਚ ਆ ਉਹ ਐਂਟੀ ਪੰਜਾਬ ਸੋਚ ਆ। ਭਗਵੰਤ ਮਾਨ ਨੂੰ CM ਚਿਹਰਾ ਐਲਾਨਣ ਤੋਂ ਬਾਅਦ ਕੇਜਰੀਵਾਲ ਨੇ ਸਟੇਜ ਤੋਂ ਇਹ ਗੱਲ ਕਹੀ ਸੀ, ਕਹਿੰਦੇ ਕਿ ਤੁਹਾਡੇ ਸਾਹਮਣੇ CM ਚਿਹਰਾ ਨਹੀਂ, ਇਹ CM ਹੀ ਬੈਠੇ ਆ ਕਹਿੰਦੇ। ਔਰ ਉਸ ਤੋਂ ਬਾਅਦ ਕਹਿੰਦੇ ਕਿ ਹੋਰ ਹਲਕਿਆਂ ਦੇ ਵਿੱਚ ਵੀ ਕਹਿੰਦੇ ਦੇਖਿਓ ਤੁਸੀਂ ਆਮ ਆਦਮੀ ਪਾਰਟੀ ਦੀ ਲਹਿਰ ਬਣਦੀ ਹੈ, ਔਰ ਨਾਲ ਹੀ ਉਹਨਾਂ ਨੇ ਲਿਖ ਕੇ ਕਾਗਜ਼ 'ਤੇ ਦਿੱਤਾ ਹੈ, ਕਹਿੰਦੇ ਕਿ ਬਾਦਲ ਹੁਣੀ ਵੀ ਹਾਰ ਰਹੇ ਨੇ, ਔਰ ਚਰਨਜੀਤ ਸਿੰਘ ਚੰਨੀ ਕਹਿੰਦੇ ਦੋਵਾਂ ਸੀਟਾਂ ਤੋਂ ਹਾਰ ਰਹੇ ਨੇ। ਉਹ ਤੇ ਕੁਛ ਵੀ ਕਹਿ ਸਕਦਾ। ਇਹਦਾ ਮਤਲਬ ਕਿ ਮੈਨੂੰ ਅਜੇ ਤੱਕ ਇਹਦੀ ਸਮਝ ਨਹੀਂ ਆਈ ਕਿ ਚਰਨਜੀਤ ਸਿੰਘ ਚੰਨੀ ਦੋਨਾਂ ਸੀਟਾਂ ਤੋਂ ਜਿੱਤੇਗਾ। ਚਰਨਜੀਤ ਸਿੰਘ ਚੰਨੀ ਇਸ ਕਰਕੇ ਖੜਾ ਕੀਤਾ ਕਿ ਇਹ ਜਿਹੜੀ ਆ ਕਿ ਦੋਨੋਂ ਸੀਟਾਂ ਚਰਨਜੀਤ ਸਿੰਘ ਚੰਨੀ ਜਿੱਤ ਕੇ ਦੋਨੋਂ ਹੀ ਕਾਂਗਰਸ ਦੇ ਲਈ ਆਉਣਗੀਆਂ। ਔਰ ਇਹਨੂੰ ਚੈਲੰਜ ਮੈਂ ਕਰਦਾ ਕਿ ਜੇ ਏਡੀ ਜੁੜਤ ਸੀਟ ਹੈ ਫਿਰ ਚਰਨਜੀਤ ਚੰਨੀ ਦੇ ਕੋਈ ਆਪ ਕਹਿਣਾ ਚਾਹੀਦਾ ਸੀ ਕਿ ਇਸ ਜਨਰਲ ਸੀਟ ਤੋਂ ਆ ਜਾ, ਤੇ ਉੱਥੋਂ ਕੇਜਰੀਵਾਲ ਤੇ ਦੋਨਾਂ ਦਾ ਮੁਕਾਬਲਾ ਵੇਖ ਲੈਂਦੇ ਕੌਣ ਜਿੱਤਦਾ। ਠੀਕ ਹੈ, ਸੁਖਜਿੰਦਰ ਰੰਧਾਵਾ ਦੇ ਸਾਹਮਣੇ ਕਿਹੜੇ ਚੈਲੰਜ ਲੱਗਦੇ ਆ, ਜਾਂ ਕਿਹੜੀਆਂ ਚੀਜ਼ਾਂ ਦਾ ਮਲਾਲ ਲੱਗਦਾ ਕਿ ਸਮਾਂ ਘੱਟ ਮਿਲਿਆ ਸੀ ਜਾਂ ਆਹ ਚੀਜ਼ਾਂ ਰਹਿ ਗਈਆਂ ਕਰਨ ਵਾਲੀਆਂ? ਦੇਖੋ, ਮੇਰੀ ਪਹਿਲੀ ਗੱਲ ਸੀਗੀ ਕਿ ਜਿਹੜੀ ਲੋਕਾਂ ਦੀ ਡਿਮਾਂਡ ਸੀਗੀਆਂ, ਲੋਕਾਂ ਦੇ ਇਸ਼ੂਜ਼ ਸੀਗੇ ਕਿ ਗਲੀਆਂ ਦੇ ਨਾਲੀਆਂ ਦੇ, ਮੇਰਾ ਜਿਹੜਾ ਓਪੋਨੈਂਟ ਆ ਰਵੀ ਖਾੜੋ, ਇਹਦੇ ਫਾਦਰ ਬੈਠੇ ਰਹੇ, ਸਪੀਕਰ ਵੀ ਰਹੇ ਇਸੇ ਹਲਕੇ 'ਚ, ਨਾਲ ਹੀ ਵਿਕਾਸ ਮੰਤਰੀ ਵੀ ਰਹੇ, ਪਰ ਕੋਈ ਵਿਕਾਸ ਨਾ ਦੇਣ ਕਿਤੇ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਰਵੀ ਕਾਲੋਂ ਜਾਂ ਦੂਸਰਾ ਜਿਹੜਾ ਕੋਈ ਖੜਾ ਉਹ ਦੱਸਣ ਕਿ ਇਹਨਾਂ ਨੇ ਕੀਤਾ ਕੀ ਆ। ਰਵੀ ਕਾਲੋਂ ਨੂੰ ਮੈਂ ਪੁੱਛਦਾ ਕਿ ਮੇਰੇ ਫਾਦਰ ਵੀ 10 ਸਾਲ ਮਿਨਿਸਟਰ ਰਹੇ, ਤੋਰੇ ਵੀ 12 ਸਾਲ ਰਹੇ ਹੋਣਗੇ, ਕਿਉਂਕਿ ਡਿਪਟੀ ਸਪੀਕਰ ਵੀ ਪਹਿਲਾਂ ਰਹੇ। ਅਤੇ ਉਹਦੇ 'ਚ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਮੈਂ ਜੇ ਆਪਣੀਆਂ ਚੀਜ਼ਾਂ ਗੁਣਾਉਣ ਲੱਗਾ, ਕਲਾਨੌਰ ਕੱਲੇ ਦੀਆਂ, ਡੇਰਾ ਬਾਬਾ ਨਾਨਕ ਨੂੰ ਮੈਂ ਛੱਡ ਦਿੰਦਾ,
ਕਲਾਨੌਰ 'ਚ ਮੇਰੇ ਫਾਦਰ ਨੇ ਸਭ ਤੋਂ ਪਹਿਲਾਂ ਆ ਕੇ ਜ਼ਮੀਨ ਜਿਹੜੀ ਪੰਚਾਇਤ ਦੀ ਹੈ ਰੀਕਲੇਮ ਕੀਤੀ, ਉਹਨੂੰ ਰੈਕਲੇਮੇਸ਼ਨ ਕਾਰਪੋਰੇਸ਼ਨ ਦੇ ਕੇ ਜਿਪਸਮ ਪਾ ਕੇ 1700 ਕਿਲੋ ਇਹਨੂੰ ਵਾਹੀਯੋਗ ਬਣਾਇਆ ਗਿਆ। ਇਹ ਤੇ ਇੱਥੇ ਬਿਲਕੁਲ ਕਲਰ ਹੁੰਦਾ ਸੀ। ਇੱਕ ਕੰਮ 73 ਚੋਂ ਕੀਤਾ। ਨਾਲ ਹੀ ਉੱਥੇ ਮਿਲਕ ਚਿਲਿੰਗ ਸੈਂਟਰ, ਉੱਥੇ ਨੀਂਹ ਪੱਥਰ ਵੇਖੋ ਕਿਹੜੇ ਟਾਈਮ ਦਾ, ਉਹ ਵੀ ਮੇਰੇ ਫਾਦਰ ਨੇ ਬਣਾਇਆ। ਬਲਾਕ ਦਾ ਜਿਹੜਾ 3 ਨੰਬਰ ਬਲਾਕ ਬਣਾਇਆ ਕਲਾ ਧਾਰੀਵਾਲ ਹੁੰਦਾ, ਉੱਥੋਂ ਚੱਕ ਕੇ ਕਲਾਨੌਰ ਦਾ ਬਣਾਇਆ। ਉਹਦੇ ਬਾਅਦ ਤਹਿਸੀਲ ਸਬ ਤਹਿਸੀਲ ਉਹਨਾਂ ਨੇ ਬਣਾਈ, 4 ਉਹਨਾਂ ਦੇ ਟਾਈਮ ਦੇ। ਮੇਰੇ ਟਾਈਮ ਤੇ ਗਰਲਸ ਕਾਲਜ ਮੈਂ ਬਣਾਇਆ ਔਰ ਉਦੋਂ ਨੀਂਹ ਪੱਥਰ ਰੱਖਿਆ। ਡੇਟ ਦੇਖਿਓ ਜਿਸ ਦਿਨ ਕਾਲਜ ਬਣ ਗਿਆ ਤੇ ਬੱਚਿਆਂ ਨੇ ਉੱਥੇ ਜਾਣਾ ਸਟਾਰਟ ਕਰਤਾ। ਦੂਸਰਾ ਨੰਬਰ ਉਹਨਾਂ ਨੇ ਕਿਹਾ ਕਿ ਹਸਪੀਟਲ ਬਣਾਇਆ ਤੇ ਜਦ ਸ਼ਿਵ ਪਾਰਕ ਬਣਾਈ। ਚੌਥੀ ਬਾਬਾ ਬੰਦਾ ਸਿੰਘ ਬਹਾਦਰ ਪਾਰਕਿੰਗ। ਅੱਜ ਜਾ ਕੇ ਦੇਖੋਗੇ ਚੰਡੀਗੜ੍ਹ 'ਚ ਉਹੋ ਜਿਹੀ ਪਾਰਕਿੰਗ ਨਹੀਂ, ਚੰਡੀਗੜ੍ਹ ਦਿੱਲੀ 'ਚ ਇਹੋ ਜਿਹੀ ਪਾਰਕਿੰਗ ਨਹੀਂ ਜਿਹੜੀ ਮੈਂ ਉੱਥੇ ਬਣਾਈ ਆ। 6ਵਾਂ ਜਿਹੜਾ ਉੱਥੇ ਕੀਤਾ ਕੇਨ ਰਿਸਰਚ ਸੈਂਟਰ ਬਣਾਇਆ। 10ਵਾਂ ਉੱਥੇ ਮੈਂ ਕੀਤਾ 50 ਕਿੱਲਿਆਂ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਨੂੰ ਜ਼ਮੀਨ ਟਰਾਂਸਫਰ ਕੀਤੀ ਔਰ ਉਹਦੀ ਅਪਰੂਵਲ ਜਿਹੜੀ ਆ ਉਹ ਦਿਵਾਲੀ ਕੇ ਇੱਥੇ ਐਗਰੀਕਲਚਰ ਕਾਲਜ ਬਣਾਇਆ ਜਾਏ। ਇਹ ਤੇ ਮੇਰੀਆਂ ਮੇਜਰ ਚੀਜ਼ਾਂ ਨੇ ਤੇ ਇਹ ਮੇਰੇ ਸਾਹਮਣੇ ਕੀ ਕਹਿਣਗੇ ਕਿ ਕੀ ਕੀਤਾ। ਹੁਣ ਜਿਹੜੀ ਚੀਜ਼ ਆ ਕਿ ਤੁਸੀਂ ਇੱਥੇ ਵੀ ਵੇਖਿਆ ਉਹਨਾਂ ਖੇਡਾਂ ਦੀ ਗੱਲ ਕੀਤੀ ਆ ਕਾਲੇ ਗੁਰਾਏ ਵਾਲਿਆਂ ਨੇ। ਇੱਥੇ ਮੇਰਾ ਇਹ ਆ ਕਿ ਇੱਕ ਇਹੋ ਜਿਹਾ ਸਕੂਲ ਬਣਾਇਆ ਜਾਏ ਜਿਹਨੂੰ ਸਪੋਰਟਸ ਸਕੂਲ ਹੋਵੇ, ਉਹਦੇ 'ਚ 50 ਏਕੜ 'ਚ ਉਹ ਸਕੂਲ ਬਣਾਉਣ ਦੀ ਮੇਰੀ ਪ੍ਰਪੋਜ਼ਲ ਹੈ ਕਿ ਇਹ ਚੀਜ਼ਾਂ ਮੈਂ ਸਕੂਲ ਜਿੰਨੇ ਤਕਰੀਬਨ ਜਿੰਨੇ ਸਕੂਲ ਨੇ ਸਾਰਿਆਂ ਦੇ ਵਿੱਚ ਮੈਂ ਪੂਰਾ ਇਨਫਰਾਸਟਰਕਚਰ ਤਿਆਰ ਕਰ ਦਿੱਤਾ। ਔਰ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਜਿਹੜਾ ਇਹ ਕਹਿੰਦੇ ਨਾ ਕੇਜਰੀਵਾਲ ਕਿ ਮੇਰੇ ਸਕੂਲ ਦੇਖੋ, ਮੈਂ ਚੈਲੰਜ ਕਰਦਾ ਮੇਰੇ ਇਲਾਕੇ 'ਚ ਆ ਜਾ, ਮੈਂ ਦਿੱਲੀ ਤੋਂ ਵਧੀਆ ਬਿਲਡਿੰਗਸ ਦਿਖਾ ਦੂੰ ਆਪਣੇ ਸਕੂਲਾਂ ਦੀਆਂ। ਕੀ ਗੱਲ ਹੈ ਰੰਧਾਵਾ ਸਾਹਿਬ? ਪੱਕੀ ਗੱਲ ਹੈ, ਮੇਰਾ ਚੈਲੰਜ ਹੈ ਉਹਨੂੰ। ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ, ਮੈਂ ਆਪਣੇ ਪਿੰਡ ਦੀ ਬੱਚੀ ਵੇਖੋ ਕਿਵੇਂ ਅੰਗਰੇਜ਼ੀ ਬੋਲਦੀ ਹੈ। ਤੇ ਬਹੁਤ ਸਾਰੇ ਲੋਕਾਂ ਦੇ ਮੈਂ ਤੁਹਾਨੂੰ ਰੋਕ ਰਿਹਾ, ਅਸੀਂ ਬਹੁਤ ਸਾਰੇ ਲੋਕਾਂ ਦੇ ਇੰਟਰਵਿਊ ਕੀਤੇ ਆ, ਚੈਲੰਜ ਕਿਸੇ ਨੇ ਕੀਤਾ ਨਹੀਂ ਕਿ ਦਿੱਲੀ ਵਾਲੇ ਤੁਸੀਂ ਆ ਕਰ ਰਹੇ ਆ। ਮੈਂ ਕਰ ਰਿਹਾ ਕਿ ਮੇਰੇ ਡੇਰਾ ਬਾਬਾ ਨਾਨਕ ਗਰਲ ਸਕੂਲ 'ਚ ਆ ਜੇ, ਧਾਰੋਵਾਲੀ ਵਾਲੇ ਸਕੂਲ 'ਚ ਆ ਜੇ, ਮੇਰੇ ਕਲਾਨੌਰ ਵਾਲੇ ਸਕੂਲ 'ਚ ਆ ਜੇ, ਸੀਨੀਅਰ ਸੈਕੰਡਰੀ ਸਕੂਲ। ਮੇਰੇ ਚੈਲੰਜ ਮੈਂ ਕਿ ਧਿਆਨਪੁਰ 'ਚ ਆ ਜੇ, ਮੈਂ 30-35 ਸਕੂਲਾਂ ਦਾ ਨਾਂ ਦੇ ਦੂੰਗਾ ਕਿ ਇਹਨਾਂ 'ਚ ਕਿਸੇ ਸਕੂਲ 'ਚ ਆ ਜੇ ਮੇਰੇ ਕੋਲ, ਤੇ ਮੈਂ ਚੈਲੰਜ ਹੈ ਮੇਰਾ। ਜਿਹੜੇ ਸਮਾਰਟ ਸਕੂਲਸ ਦੀ ਗੱਲ ਕਰਦੇ ਆ ਔਰ ਦਿੱਲੀ ਮਾਡਲ ਦੀ ਗੱਲ ਕਰਦੇ ਹੋ ਤੁਸੀਂ ਆਪਣੇ ਹਲਕੇ 'ਚ? ਮੈਂ ਸੁਪਰ ਸਮਾਰਟ ਬਣਾਏ ਨੇ। ਇਹ ਸਮਾਰਟ ਦੀ ਗੱਲ ਕਰਦਾ, ਮੈਂ ਸੁਪਰ ਸਮਾਰਟ ਬਣਾਏ ਨੇ। ਮੈਂ ਇਹਦਾ ਐਜੂਕੇਸ਼ਨ ਵੇਖੋ, ਜਿਸ ਕੰਟਰੀ ਦੇ ਵਿੱਚ ਐਜੂਕੇਸ਼ਨ ਔਰ ਹੈਲਥ ਬੈਟਰ ਹੋ ਜੋ ਉਹ ਕੰਟਰੀਜ਼ ਬਚ ਜਾਂਦੀਆਂ ਨੇ, ਤੇ ਮੇਰਾ ਉਹਨਾਂ ਵੱਲ ਫੋਕਸ ਰਿਹਾ। ਹੈਲਥ ਨੂੰ ਲੈ ਕੇ ਬਹੁਤ ਲੋਕ ਸਵਾਲ ਕਰਦੇ ਰਹੇ ਕਿ ਹੈਲਥ ਨੂੰ ਲੈ ਕੇ ਬਹੁਤਾ ਕੁਝ ਹੋ ਨਹੀਂ ਪਾਇਆ। ਕੀ ਮੰਨਦੇ ਤੁਸੀਂ ਤੁਹਾਡੇ ਹਲਕੇ ਦੇ ਵਿੱਚ ਕਿਵੇਂ ਹੈਲਥ ਨੂੰ ਲੈ ਕੇ? 2 ਹਸਪੀਟਲ ਨੇ ਮੇਰੇ, ਸਬ ਡਿਵੀਜ਼ਨਲ ਹਸਪੀਟਲ, ਇੱਕ ਡੇਰਾ ਬਾਬਾ ਨਾਨਕ, ਇੱਕ ਕਲਾਨੌਰ। ਦੋਨੋਂ ਹੀ ਕਾਲਜ ਜਾ ਕੇ ਦੇਖ ਲਿਓ ਤੇ ਫਿਰ ਮੇਰੇ ਨਾਲ ਸਵਾਲ ਕਰ ਲਿਓ ਕਿ ਮੈਂ ਕੰਮ ਕੀਤਾ ਕਿ ਨਹੀਂ। ਜਿੰਨੀਆਂ ਡਿਸਪੈਂਸਰੀਆਂ ਨੇ ਉਹਨਾਂ 'ਚ ਜਾ ਕੇ ਵੇਖ ਲਓ, 25-25 ਲੱਖ ਦੀਆਂ ਨਵੀਆਂ ਬਿਲਡਿੰਗਸ ਮੈਂ ਬਣਾ ਦਿੱਤੀਆਂ। ਤੇ ਇਹੋ ਹੁੰਦਾ, ਡਾਕਟਰਸ ਪੂਰੇ ਹੋਣੇ ਚਾਹੀਦੇ, ਬਿਲਡਿੰਗ ਹੋਣੀ ਚਾਹੀਦੀ ਹੈ, ਉੱਥੇ ਤੁਹਾਡੇ ਮੈਡੀਕਲ ਇਕਵਿਪਮੈਂਟ ਹੋਣੇ ਚਾਹੀਦੇ ਨੇ, ਡਾਕਟਰ ਜਿਹੜੇ ਪੈਰਾ ਮੈਡੀਕਲ ਸਟਾਫ ਹੈ ਉਹ ਤੁਹਾਡੇ ਪੂਰਾ ਹੋਣਾ ਚਾਹੀਦਾ। ਉਹ ਸਾਰੀਆਂ ਚੀਜ਼ਾਂ ਪੂਰਾ ਕੀਤੀਆਂ। ਈਸਾਈ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਨੇ ਤੁਹਾਡੇ ਇਸ ਹਲਕੇ ਦੇ ਵਿੱਚ, ਗੁੱਜਰ ਵੀ ਵੱਡੀ ਗਿਣਤੀ ਦੇ ਵਿੱਚ ਨੇ। ਕੰਟਰੋਵਰਸ਼ੀਅਲ ਸਟੇਟਮੈਂਟ ਆਈ ਸੀ, ਤੁਸੀਂ ਟਵੀਟ ਵੀ ਕੀਤਾ, ਤੁਹਾਡੇ ਵਿਰੋਧੀ ਨੇ। ਖੈਰ, ਕਿਸ ਤਰ੍ਹਾਂ ਦੇਖਦੇ ਹੋ ਸਟੇਟਮੈਂਟ ਨੂੰ? ਤੁਸੀਂ ਕਿਹਾ ਸੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਦੇ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਕਿ ਗੁੱਜਰਾਂ ਨੂੰ ਪਹਾੜਾਂ ਤੇ ਚਾੜ ਦੇਣਾ। ਇਹ ਚੀਜ਼ਾਂ ਕਿਸ ਤਰੀਕੇ ਨਾਲ? ਮੇਰੇ ਇੰਨੇ ਨਹੀਂ ਹੈਗੇ ਗੁੱਜਰ ਜਿਹੜੇ ਨੇ, ਉਹ ਵਿਚਾਰੇ ਆਪਣੇ ਮੱਝਾਂ ਰੱਖੀਆਂ ਨੇ ਔਰ ਮੇਰਾ ਖਿਆਲ ਸਾਰੇ ਡੇਰਾ ਬਾਬਾ ਨਾਨਕ ਹਲਕੇ 'ਚ 500 ਜਾਂ 700 ਗੁੱਜਰ ਹੋਏਗਾ, ਇਹਨਾਂ ਦੀ ਵੋਟ ਹੋਏਗੀ। ਉਹ ਗਰੀਬ ਆਦਮੀ ਰੋਜੀ ਰੋਟੀ ਕਮਾ ਰਹੇ। ਮੈਨੂੰ ਤੇ ਆਪ ਬੜੀ ਹੈਰਾਨਗੀ ਹੋਈ ਕਿ ਪਤਾ ਨਹੀਂ ਕਿਹੜੀ ਲੈ 'ਚ ਬੋਲਦਾ ਹੀ ਕਹਿ ਗਿਆ ਗੁੱਜਰਾਂ ਕੰਜਰਾਂ ਮੈਂ ਪਹਾੜੀ ਚਾੜ ਦੂੰ। ਤੇ ਇਹ ਅੱਜ ਮੇਰੀ ਸਵੇਰੇ ਵੀ ਮੈਂ ਗਿਆ, ਉਹਨਾਂ ਮੈਨੂੰ ਬੁਲਾਇਆ ਤੇ ਉਹ ਕਹਿੰਦੇ ਜੀ ਕਿ ਸਾਨੂੰ ਬੜਾ ਅਫਸੋਸ ਹੋਇਆ ਕਿ ਇੰਨੀ ਦੇਰ ਤੋਂ ਅਸੀਂ ਇੱਥੇ ਫਿਰਦੇ ਹਾਂ, ਸਾਨੂੰ ਕਦੀ ਕਿਸੇ ਨੇ ਕਦੀ ਨਹੀਂ ਸੀ ਕਿਹਾ ਪੰਜਾਬ ਦੇ ਵਿੱਚ ਸਾਡੇ ਡੇਰਾ ਬਾਬਾ ਨਾਨਕ ਹਲਕੇ 'ਚ। ਕਹਿੰਦੇ ਜੀ ਹਰ ਆਦਮੀ ਜਿਹੜਾ ਸਾਨੂੰ ਪਿਆਰ ਕਰਦਾ ਔਰ ਬੜੇ ਸਦਭਾਵਨਾ 'ਚ ਨੇ। ਕਹਿੰਦੇ ਸਾਨੂੰ ਈਵਨ ਜਿਹੜੇ ਪਿੰਡਾਂ 'ਚ ਬੈਠੇ ਆਪਣੇ ਵਿਆਹ ਸ਼ਾਦੀਆਂ 'ਚ ਵੀ ਬੁਲਾਉਂਦੇ ਨੇ। ਤੇ ਕਹਿੰਦੇ ਇਹ ਦੇਖ ਕੇ ਕਿ ਸਾਡੇ ਮਨ ਨੂੰ ਦੁੱਖ ਲੱਗਾ। ਈਸਾਈ ਭਾਈਚਾਰੇ ਦੇ ਲੋਕ ਕੀ ਕਹਿੰਦੇ ਆ? ਉਹਨਾਂ ਦੀਆਂ ਕੀ ਦਿੱਕਤਾਂ ਨੇ, ਕੋਈ ਕੀ ਮੁਸ਼ਕਲਾਂ ਉਹਨਾਂ ਲੋਕਾਂ ਨੂੰ ਆ ਰਹੀਆਂ ਨੇ ਇਸ ਹਲਕੇ? ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ, ਇੱਕ ਤੇ ਘਰਾਂ ਦੇ ਜਿਹੜੇ ਨੇ ਬਹੁਤ ਘੱਟ ਥਾਵਾਂ ਨੇ ਕਿ ਉੱਥੇ ਕੀ ਵਿਚਾਰੇ ਬੈਠੇ, ਕਿਤੇ ਪਲਾਟਸ ਜਿਹੜੇ ਨੇ ਉਹ ਉਹਨਾਂ ਦੇ। ਅਸੀਂ ਵੈਸੇ ਤੇ ਕੈਪਟਨ ਸਾਹਿਬ ਨੂੰ ਕਹਿੰਦੇ ਰਹੇ ਹਾਂ ਤੇ ਉਹਨਾਂ ਨੇ ਕਦੀ ਧਿਆਨ ਨਹੀਂ ਸੀ ਕੀਤਾ ਕਿ ਇਹਨੇ ਚੰਨੀ ਸਾਹਿਬ ਨੇ ਆ ਕੇ ਇਮੀਡੀਏਟਲੀ ਇਹ ਕਿਹਾ ਕਿ ਪੰਚਾਇਤਾਂ 'ਚ ਜਿਹੜੀਆਂ ਥਾਵਾਂ 5 ਮਰਲੇ ਦੇ ਪਲਾਟ ਦਿੱਤੇ ਜਾਣ। ਅਸੀਂ ਕਾਫੀ 20-25 ਪਿੰਡਾਂ 'ਚ ਹੀ ਕਰ ਸਕੇ ਜਿੰਨੇ ਟਾਈਮ 'ਚ ਹੋ ਸਕਿਆ। ਤੇ 35 ਪਿੰਡ ਹੋ ਗਏ ਹੋਣਗੇ, 40 ਹੋਣਗੇ।
ਉਹਦੇ 'ਚ ਕਰਕੇ ਦੂਸਰੀ ਇਹਨਾਂ ਦੀ ਸਭ ਤੋਂ ਵੱਡੀ ਅਨਐਮਪਲੋਇਮੈਂਟ ਹੈ। ਇਹ ਦਿਹਾੜੀ ਇੱਥੇ ਹੈ ਨਹੀਂ, ਕੋਈ ਸ਼ਹਿਰ ਵੱਡਾ ਹੈ ਨਹੀਂ, ਕੋਈ ਇੰਡਸਟਰੀ ਹੈ ਨਹੀਂ, ਉਹਦੇ ਬਾਰੇ ਇਹਨਾਂ ਦਾ ਹੈਗਾ। ਮੈਂ ਕੋਸ਼ਿਸ਼ ਕੀਤੀ ਆ ਜਿਹੜੀ ਕਿ ਡੇਰਾ ਬਾਬਾ ਨਾਨਕ ਜਿਹੜੀ ਉੱਥੇ ਬਟਾਲੇ ਦੀ ਸ਼ੂਗਰ ਮਿਲ ਔਰ ਗੁਰਦਾਸਪੁਰ ਦੀ ਸ਼ੂਗਰ ਮਿਲ ਉਹਨਾਂ ਨੂੰ ਮੈਂ ਵੱਡਿਆਂ ਕੀਤਾ, ਔਰ ਜਿਹੜਾ ਕਣੀਏ ਕੇ ਬਾਂਗਰ ਪਲਾਂਟ ਹੈ, ਤਿੰਨੇ ਹੀ ਚੀਜ਼ਾਂ ਮੇਰੇ ਫਾਦਰ ਦੇ ਟਾਈਮ ਦੀਆਂ ਨੇ। ਇਹਦੇ 'ਚ ਅਕਾਲੀਆਂ ਕਦੀ 1 ਰੁਪਈਆ ਨਹੀਂ ਲਾਇਆ। ਉਹ ਤਿੰਨੇ ਵੱਡੇ ਕੀਤੇ ਨੇ, ਔਰ ਵੱਡੇ ਨੇ ਜਿਹੜਾ ਉੱਥੇ ਵਾਲਾ ਕੈਟਲ ਫੀਡ ਪਲਾਂਟ ਹੈ ਉਹ ਡਬਲ ਕੀਤਾ, ਅਤੇ ਇਹ ਜਿਹੜੀਆਂ ਨੇ ਦੂਸਰੀਆਂ ਸ਼ੂਗਰ ਮਿਲਾਂ ਇਹਨਾਂ ਦੀ ਇੰਨੀ ਕਪੈਸਿਟੀ ਵਧਾ ਦਿੱਤੀ ਹੈ ਕਿ ਕਦੀ ਵੀ ਸਾਨੂੰ ਇਹ ਜਿਹੜੀ ਆ ਗੰਨੇ ਦੀ ਜਾਂ ਹੋਰ ਕੋਈ ਪਰਚੀਆਂ ਦੀ ਲੋੜ ਇੱਥੇ ਪੂਰੀ ਹੋ ਜਾ ਕਰੇਗੀ। ਸੁਖਜਿੰਦਰ ਸਿੰਘ ਰੰਧਾਵਾ ਹੋਣਾ ਦੇ ਨਾਲ ਅਸੀਂ ਲਗਾਤਾਰ ਬਣੇ ਹੋਏ ਹਾਂ। ਸੁਖਜਿੰਦਰ ਰੰਧਾਵਾ ਹੋਣਾ ਨੇ ਜੈਕਟ ਬਦਲ ਲਈ ਹੈ, ਪਹਿਲਾਂ ਉਹਨਾਂ ਨੇ ਹਾਫ ਸਲੀਵ ਪਾਈ ਹੋਈ ਸੀ, ਹੁਣ ਫੁੱਲ ਬਾਜੂ ਜੈਕਟ ਪਾ ਲਈ ਹੈ। ਰੰਧਾਵਾ ਸਾਹਿਬ ਜੈਕਟ ਬਦਲ ਲਈ ਹੈ, ਕੀ ਮੰਨੀਏ ਹੁਣ ਬਦਲਾਅ ਵੀ ਇਸੇ ਤਰ੍ਹਾਂ ਆਊਗਾ ਜਿਵੇਂ ਜੈਕਟ ਬਦਲ ਲਈ ਹੈ ਤੁਸੀਂ? ਉਹ ਹੁਣ ਥੋੜ੍ਹੀ ਜਿਹੀ ਵੇਖੋ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਠੰਡ ਜਾਣ 'ਚ ਤੇ ਠੰਡ ਆਉਣ 'ਚ ਬਚ ਕੇ ਰਹਿਣਾ ਚਾਹੀਦਾ, ਅਤੇ ਇਸ ਲਈ ਅਗਲੇ ਪਿੰਡ ਜਾਣਾ ਸੀ, ਉੱਥੇ ਉਹਨਾਂ ਨੇ ਬਾਹਰ ਬੈਠੇ ਹੋਣਾ ਸੀ। ਮੈਂ ਕਿਹਾ ਇੱਥੋਂ ਹੀ ਜੈਕਟ ਪਾ ਕੇ ਚੇਂਜ ਕਰਕੇ ਉਹਦੇ ਜਾਈਏ। ਬਦਲਾਅ ਜਿਹੜਾ ਜ਼ਰੂਰ ਆਏਗਾ, ਔਰ ਇਹ ਬਦਲਾਅ ਪੰਜਾਬ ਲਈ ਬਹੁਤ ਵਧੀਆ ਰਹੇਗਾ। ਜੋ ਚੰਨੀ ਸਾਹਿਬ ਨੇ 111 ਦਿਨਾਂ ਦੇ ਕੰਮ ਕੀਤੇ ਨੇ, ਉਹਨਾਂ ਦੇ ਉਹਦੇ ਅਕੋਰਡਿੰਗਲੀ ਅਸੀਂ ਵੋਟਾਂ ਮੰਗ ਰਹੇ ਹਾਂ। ਅੱਜ ਪੰਜਾਬ 'ਚ ਪੂਰੇ ਹਿੰਦੁਸਤਾਨ ਨਾਲੋਂ ਬਿਜਲੀ ਸਸਤੀ ਆ, ਇਹ ਕੋਈ ਨਹੀਂ ਕਰ ਸਕਿਆ। ਦਿੱਲੀ ਨਾਲੋਂ ਪੰਜਾਬ 'ਚ ਡੀਜ਼ਲ ਸਸਤਾ, ਦਿੱਲੀ ਨਾਲੋਂ ਪੰਜਾਬ 'ਚ ਪੈਟਰੋਲ ਸਸਤਾ। ਅਤੇ ਮੈਂ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ, ਤੁਸੀਂ ਕਿਹੜਾ ਬਦਲਾਅ ਚਾਹੁੰਦੇ ਹੋ ਕਿ ਇਹਨਾਂ ਦਾ ਆ ਕੇ ਰੇਟ ਵਧਾਓਗੇ ਪੰਜਾਬ 'ਚ ਅਤੇ ਫਿਰ ਬਦਲਾਅ ਆਏਗਾ? ਮੈਂ ਤੁਹਾਡੇ ਸਾਹਮਣੇ ਨੂੰ ਕਹਿ ਦਿੱਤਾ ਕਿ ਮੈਂ ਜਿਹੜੇ 10-12 ਸਕੂਲਾਂ ਦੇ ਨਾਂ ਕਰਵਾਏ ਨੇ, ਅਤੇ ਮੈਂ ਚੈਲੰਜ ਕੀਤਾ, ਅਤੇ ਨਾਲ ਮੈਂ ਚੈਲੰਜ ਇਹ ਵੀ ਕਰਦਾ ਕਿ ਉਹ ਦੇਸ਼ ਦੀ ਰਾਜਧਾਨੀ ਹੈ ਦਿੱਲੀ, ਉਹਦਾ ਕੰਪੈਰੀਜ਼ਨ ਪੰਜਾਬ ਨਾਲ ਕਰਨਾ ਮੇਰਾ ਖਿਆਲ ਇਹਨਾਂ ਦੀ ਬਹੁਤ ਛੋਟੀ ਸੋਚ ਹੈ। ਆਹ ਬਾਰਡਰ ਦਾ ਇੰਡੀਆ ਦੇ ਬਿਲਕੁਲ ਮੈਂ ਲਾਸਟ ਜਿਹੜੇ ਉੱਥੇ ਡੈਡ ਐਂਡ 'ਤੇ ਬੈਠਾ, ਅਤੇ ਜੇ ਉੱਥੋਂ ਦਾ MLA ਚੈਲੰਜ ਕਰਦਾ ਕਿ ਆ ਜਾ ਮੇਰੇ ਸਕੂਲ ਚੈੱਕ ਕਰ ਲਾ, ਅਤੇ ਫਿਰ ਕੋਈ ਗੱਲ ਤਾਂ ਹੈਗੀ ਆ ਕਿ ਉੱਥੇ ਵੇਖੋ ਪੂਰੀ ਜਿਹੜੀ ਉੱਥੇ ਹੈਗੀ ਆ ਪੁਲਿਸ, ਉਹ ਗਵਰਨਮੈਂਟ ਆਫ ਇੰਡੀਆ ਉਹਦੀ ਦਿੰਦੀ ਹੈ। ਅਸੀਂ 90,000 ਸਾਡੇ ਕੋਲ ਪੁਲਿਸ ਹੈ, ਅਤੇ 10,000 ਤੋਂ 12,000 ਤੱਕ ਸਾਡੇ ਕੋਲ ਹੋਮ ਗਾਰਡ ਆ। ਪੂਰੀ ਤਨਖਾਹ ਗਵਰਨਮੈਂਟ ਪੰਜਾਬ ਦਿੰਦੀ ਆ, ਅਤੇ ਇਹ ਤਾਂ ਦਿੰਦਾ ਹੀ ਕੁਛ ਨਹੀਂ। ਬਿਜਲੀ ਦਾ ਜਿਹੜੀ ਸਬਸਿਡੀ ਆ 10,000 ਕਰੋੜ ਤੋਂ ਉੱਪਰ ਬਣ ਜਾਂਦੀ ਆ, ਅਤੇ ਇਹ ਕੇਜਰੀਵਾਲ ਸਾਹਿਬ ਕੀ ਦੇ ਰਹੇ ਨੇ? ਜਿਹੜੀ ਇਹ ਮੈਂ ਤਾਂ ਚੀਜ਼ਾਂ ਤੁਹਾਨੂੰ ਗਿਣਾ ਰਿਹਾ ਕਿ ਜਿਹੜਾ ਉਹ ਲੋਕਾਂ ਦੇ ਵਿੱਚ ਭੰਬਲ ਭੂਸੇ ਪਾ ਰਹੇ ਨੇ, ਤਾਂ ਉਹਨਾਂ ਨੂੰ ਕਹੋ ਕਿ ਦਿੱਲੀ ਦਾ ਅਤੇ ਪੰਜਾਬ ਦਾ, ਚਲੋ ਹੋਰ ਸਭ ਤੋਂ ਗੱਲ ਛੱਡ ਦਿਓ, ਆਪਾਂ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਜਿਹੜੇ ਸ਼ਰਾਬ ਦੇ ਠੇਕੇ ਉਹ ਸਰਕਾਰੀ ਕਰ ਦਿਓ, ਕਿ ਇਹ ਜਿਹੜਾ ਮਾਫੀਆ ਇਹਨੂੰ ਖਤਮ ਕਰ ਦਿਓ। ਕੇਜਰੀਵਾਲ ਨੇ ਸਰਕਾਰੀ ਠੇਕੇ ਬੰਦ ਕਰਕੇ ਪ੍ਰਾਈਵੇਟ ਕੀਤੇ, ਫਿਰ ਮਾਫੀਆ ਅਤੇ ਇਹ ਵੀ ਬਿਕਰਮ ਮਜੀਠੀ ਹੋਣੇ 'ਤੇ ਇਹਨਾਂ 'ਚ ਫਰਕ ਕੀ ਹੈ? ਇਹ ਦੂਸਰਾ ਨੇ ਕਿਹਾ, ਜਿਸ ਵੇਲੇ FIR ਅਸੀਂ ਦਰਜ ਕੀਤੀ, ਉਹਦੇ 'ਚ ਕਿਹਾ ਕਿ ਬਹੁਤ ਕਮਜ਼ੋਰ FIR ਹੈ। ਕਿਹਾ ਨਾ ਭਗਵੰਤ ਮਾਨ ਤੇ ਨਾਲ ਸਾਰੇ ਇਨਕਲੂਡਿੰਗ ਕੇਜਰੀਵਾਲ ਨੇ, ਕਹਿੰਦਾ ਕਦੀ ਸਟੈਂਡ ਨਹੀਂ ਕਰੇਗੀ। ਅਤੇ ਮੈਂ ਕੇਜਰੀਵਾਲ ਨੂੰ ਕਹਿੰਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਜਿਹੜੀ FIR ਕੀਤੀ ਆ, ਆਨਰੇਬਲ ਸੁਪਰੀਮ ਕੋਰਟ ਨੇ ਉਹਨੂੰ ਰੱਖਿਆ। ਕੇਜਰੀਵਾਲ ਸਾਹਿਬ, ਤੁਹਾਡੇ ਵਾਂਗੂ ਮਾਫੀ ਨਹੀਂ ਮੰਗੀ, ਤੁਸੀਂ ਕਿਹਾ ਕਿ ਵਿਦ ਫੋਲਡਡ ਹੈਂਡਸ ਮੈਂ ਤੇਰੇ ਕੋਲ ਅਨਕੰਡੀਸ਼ਨਲ ਅਪੋਲੋਜਾਈਜ਼ ਕਰਦਾ, ਇਹ ਵਰਡ ਲਿਖੇ ਨੇ। ਅਤੇ ਉਹਨੂੰ ਮੇਰਾ ਖਿਆਲ ਕਿ ਜਾਂ ਤਾਂ ਘਬਰਾਹਟ ਹੀ ਨਹੀਂ ਆ ਗਈ, ਪਹਿਲੋਂ ਕਹਿਣਾ ਉਹ ਮਜੀਠੀਆ ਅਗਰ ਤੇਰੇ ਮੇਂ ਜ਼ਰੂਰਤ ਆ ਮੇਰੇ ਕੋ ਪਕੜ ਲਓ, ਨਹੀਂ ਤਾਂ ਮੈਂ ਤੇਰੇ ਕੋ ਪਕੜੂੰਗਾ, ਅਤੇ ਮਹੀਨੇ ਬਾਅਦ ਹੀ ਉਹਦੇ ਪੈਰੀਂ ਡਿੱਗ ਪਏ। ਅਤੇ ਇਹ ਸੁਖਜਿੰਦਰ ਸਿੰਘ ਰੰਧਾਵਾ ਜਾਂ ਚੰਨੀ ਤਾਂ ਨਹੀਂ ਡਿੱਗਣਗੇ। ਕੀ ਗੱਲ ਹੈ, ਇਸੇ ਤਰ੍ਹਾਂ ਸਟੈਂਡ ਕਰਦੇ ਰਹੋਗੇ ਤੁਸੀਂ? ਮੈਂ ਕਿਹਾ ਮੇਰਾ ਖਿਆਲ ਹੈ ਕਿ 2012 ਤੋਂ ਇੱਦਾਂ ਹੀ ਸਟੈਂਡ ਕਰਦਾ ਆਉਣ ਦਿਆਂ। ਕੌਣ ਬਾਤ ਸਭ ਤੋਂ ਬੋਲਿਆ? ਕੌਣ ਨਸ਼ਿਆਂ ਦੇ ਅਗੇਂਸਟ ਸਭ ਤੋਂ ਵੱਧ ਬੋਲਿਆ? ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ, ਅਸੀਂ ਸਾਰੇ ਤਿੰਨੇ ਬੋਲਦੇ ਰਹੇ। ਕਿਹਾ ਕਿ ਸਭ ਤੋਂ ਵੱਧ ਬੋਲਣ ਦਾ ਮੈਨੂੰ ਖਮਿਆਜਾ ਭੁਗਤਣਾ ਪਿਆ। ਕਿਹੜਾ ਖਮਿਆਜਾ ਭੁਗਤਣਾ ਪਿਆ ਰੰਧਾਵਾ ਹੋਣਾ ਨੂੰ? ਕੈਪਟਨ ਅਮਰਿੰਦਰ ਸਿੰਘ ਦਾ ਭੁਗਤਣਾ ਪਿਆ ਸੀ ਕਿ ਉਹ ਤਾਂ ਸਾਰੀ ਦੁਨੀਆ ਨੂੰ ਪਤਾ, ਅਤੇ ਜਦੋਂ ਮੈਂ ਬੋਲ ਪੈਂਦਾ ਸੀ ਅਤੇ ਉਹਨੂੰ ਇਹ ਚੀਜ਼ ਚੰਗੀ ਨਹੀਂ ਸੀ ਲੱਗਦੀ। ਕਿਉਂ? ਅਕਾਲੀ ਦਲ ਨੇ ਮੈਨੀਫੈਸਟੋ ਜਾਰੀ ਕੀਤਾ, ਉਸ ਮੈਨੀਫੈਸਟੋ ਨੂੰ ਕਿੱਦਾਂ ਦੇਖਦੇ ਹੋ? ਅਕਾਲੀ ਦਲ ਕਹਿ ਰਿਹਾ ਕਿ ਸਾਡੀ ਸਰਕਾਰ ਆਉਣ ਦਿਓ, ਨੁਹਾਰ ਬਦਲ ਦੇਣੀ ਹੈ ਪੰਜਾਬ ਦੀ। ਆਹ ਨੁਹਾਰ ਤੇ ਫਿਰ ਜਿਹੜੇ ਕਹਿੰਦੇ ਨਾ ਪਹਿਲਾਂ ਟਰੱਕਾਂ 'ਚ ਪੈਸੇ ਲੈ ਕੇ ਆਵਾਂਗੇ, ਉਹ ਦਿੱਲੀੋਂ ਦੇ ਟਰੱਕ ਆਏ ਨਹੀਂ, ਇਹਨਾਂ ਨੇ ਉਹ ਮਾਫੀਆ ਜਿਹੜਾ ਸੀ ਉਹ ਬਣਾ ਕੇ ਆਪਣੇ ਘਰਾਂ ਨੂੰ ਟਰੱਕ ਪਰ ਲੈ ਕੇ, ਅਤੇ ਉਹੋ ਹੀ ਮੈਨੀਫੈਸਟੋ ਇਹਨਾਂ ਦਾ ਹੋਏਗਾ। ਜੇ 10 ਸਾਲ ਲਗਾਤਾਰ ਚੀਫ ਮਿਨਿਸਟਰ ਰਹਿ ਕੇ ਅਤੇ ਅੱਜ ਇਹ ਕਹੀ ਜਾਂਦੇ ਨੇ ਕਿ ਅਸੀਂ ਨਵਾਂ ਮੈਨੀਫੈਸਟੋ ਲੈ ਕੇ ਆਉਂਦੇ, ਇਹਦਾ ਮਤਲਬ ਪੁਰਾਣਾ ਗਲਤ ਸੀ ਇਹਨਾਂ ਦਾ।
ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਂਦੇ? ਇੱਕ ਚੀਜ਼ ਮੈਨੂੰ ਦੱਸ ਦੇਣ ਕਿ ਜਿਹੜਾ 2012 'ਚ ਉਹਦੇ ਤੇ ਸਰਸੇ ਵਾਲੇ ਤੇ ਕੇਸ ਵਾਪਸ ਲਿਆ ਸੀ, ਉਹ ਇਹਨਾਂ ਤੋਂ ਧੱਬਾ ਨਹੀਂ ਉਤਰ ਸਕਦਾ। ਇਹਨੂੰ ਸਿੱਖੀ ਦੇ ਵਿੱਚ ਜਦੋਂ ਇਹਨੂੰ ਮਾਫੀ ਦਿੱਤੀ ਗਈ, ਉਹ ਧੱਬਾ ਇਹਨਾਂ ਤੋਂ ਨਹੀਂ ਉਤਰ ਸਕਦਾ। 2015 ਜਿਹੜੀ ਬੇਅਦਬੀ ਹੋਈ, ਇਹਨਾਂ ਦਾ ਡਾਇਰੈਕਟ ਵਿੱਚ ਇਹ ਇਨਵੋਲਵ ਨੇ। ਹੋਰ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਦੇ ਗੋਲੀ ਚਲਾਉਣੀ। ਅੱਜ ਜੇ ਪ੍ਰਾਈਮ ਮਿਨਿਸਟਰ ਦਾ ਰਸਤਾ ਉੱਥੇ ਬੈਠੇ ਨੇ ਰਸਤੇ 'ਚ, ਤੇ ਉਹ ਪ੍ਰਾਈਮ ਮਿਨਿਸਟਰ ਨੇ ਚੀਫ ਮਿਨਿਸਟਰ ਨੂੰ ਕਿਹਾ, ਤੇ ਇਹ ਬਾਦਲ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨਹੀਂ, ਤੇ ਉਸ ਵੇਲੇ ਕਰ ਦਿੰਦੇ DGP ਡਿਸਮਿਸ ਕਰ ਦਿੰਦੇ, ਦੂਸਰਿਆਂ ਨੂੰ ਡਿਸਮਿਸ। ਤੇ ਉੱਥੇ ਇਹ ਲਿਖ ਦਿੱਤਾ, ਜਦੋਂ ਬਾਈਬਲ ਕਲਾਂ ਔਰ ਕੋਟਕਪੁਰੇ ਹੋਈ ਹੈ, ਉੱਥੇ ਲਿਖਿਆ ਅਣਪਛਾਤੀ ਪੁਲਿਸ ਗੋਲੀਆਂ ਚਲਾ ਗਈ। ਇਹਦਾ ਮਤਲਬ ਲਾਅ ਐਂਡ ਆਰਡਰ ਦੀ ਇਹਨਾਂ ਵੇਲੇ ਜਲੂਸ ਨਿਕਲ ਗਿਆ, ਜੇਲ੍ਹਾਂ ਟੁੱਟਦੀਆਂ ਰਹੀਆਂ, ਗੈਂਗਸਟਰ ਅੰਦਰੋਂ ਜੇਲ੍ਹਾਂ 'ਚ ਭਜਾ ਦਿੱਤੇ ਗਏ। ਤੇ ਇਹ ਕਿਹੜਾ ਮੈਨੀਫੈਸਟੋ ਲੈ ਕੇ ਆਉਣਗੇ? ਇਹ ਮੈਨੀਫੈਸਟੋ ਦੇ ਵਿੱਚ ਇਹਨਾਂ ਨੂੰ ਲਿਖਣਾ ਚਾਹੀਦਾ ਸੀ ਕਿ ਅਸੀਂ ਖੁੱਲ੍ਹ ਕੇ ਸਮੈਕ ਵਗੈਰਾ ਨੂੰ ਜਿਹੜੇ ਵੇਚਾਂਗੇ। ਇਹ ਇਹਨਾਂ ਨੂੰ ਮੈਨੀਫੈਸਟੋ ਵਿੱਚ ਉਹ ਵੀ ਪੁਆਇੰਟ ਲਾਉਣਾ ਚਾਹੀਦਾ ਸੀ। ਮਾਫੀਆ 1 ਨੰਬਰ 'ਤੇ ਲੈ ਕੇ ਆਵਾਂਗੇ, ਗੁੰਡਾਗਰਦੀ 1 ਨੰਬਰ 'ਤੇ ਲੈ ਕੇ ਆਵਾਂਗੇ, ਗੈਂਗਸਟਰਾਂ ਨੂੰ ਪੂਰੀ ਸ਼ੈਲਟਰ ਦਾਂਗੇ। ਇਹ 3-4 ਪੁਆਇੰਟ ਵੀ ਇਹਨਾਂ ਨੂੰ ਆਪਣੇ ਮੈਨੀਫੈਸਟੋ 'ਚ ਪਾਉਣੇ ਚਾਹੀਦੇ ਸੀ। ਤੁਸੀਂ ਕੰਮ ਗਣਾਏ ਨੇ ਕਿ ਆਹ ਕੰਮ ਤੁਸੀਂ ਕੀਤੇ, ਕੀ ਲੋਕਾਂ ਤੱਕ ਉਹ ਡਿਲੀਵਰ ਕਰ ਪਾਏ ਹੋ ਕੰਮ? ਲੋਕਾਂ ਨੂੰ ਪਤਾ ਹੈ ਕਿ ਸੁਖਜਿੰਦਰ ਰੰਧਾਵਾ ਨੇ ਆਹ ਕੰਮ ਕੀਤੇ ਹਲਕੇ ਵਾਸਤੇ? ਉਹਨਾਂ ਨੂੰ ਪਤਾ। ਵੇਖੋ, ਜਿਹੜੇ ਤੁਸੀਂ ਮੇਰੇ ਨਾਲ ਕਲਾ ਦੌੜ ਚਲੇ ਜਾਓ, ਉੱਥੇ ਮੀਟਿੰਗ ਦੇਖ ਲਓ, ਉਹਦੀ ਰਵੀ ਕਾਲੋਂ ਦੀ ਵੀ ਹੋਣੀ ਹੈ ਮੇਰੇ ਖਿਆਲ। ਉਸ ਟਾਈਮ ਦੋਨਾਂ ਨੂੰ ਕੰਪੈਰੀਜ਼ਨ ਕਰ ਲਿਓ। ਔਰ ਇੱਕ ਚੀਜ਼ ਹੋਰ ਹੈ, ਥੋੜਾ ਜਿਹਾ ਇਸ ਤੋਂ ਬਾਹਰ ਜਾ ਕੇ ਮੈਂ ਗੱਲ ਕਰਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਿਕਰਮ ਮਜੀਠੀਆ ਪਹੁੰਚ ਗਏ ਹੁਣ ਇਲੈਕਸ਼ਨ ਲੜਨ ਵਾਸਤੇ। ਉਹਨਾਂ ਦੀ ਪਤਨੀ ਮਜੀਠਾ ਤੋਂ ਲੜ ਰਹੇ ਨੇ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਕਹਿੰਦੇ ਕਿ ਕੰਪੀਟੀਸ਼ਨ ਬੜਾ ਟਫ ਹੋ ਗਿਆ, ਔਰ ਮਜੀਠੀਆ ਕਹਿੰਦੇ ਕਿ ਹੰਕਾਰ ਤੋੜਨਾ ਇਸ ਵਾਰ ਸਿੱਧੂ ਦਾ। ਮੇਰਾ ਖਿਆਲ ਕਿ ਸਿੱਧੂ ਨਾਲੋਂ ਵੱਧ ਹੰਕਾਰੀਆ ਇਹ ਆ ਚਿੱਟੇ ਦਾ ਵਪਾਰੀ, ਤੇ ਸ਼ਹਿਰੀਏ ਕਦੀ ਵੀ ਇਹਨੂੰ, ਇਸ ਵਪਾਰੀ ਨੂੰ ਮਾਫ ਨਹੀਂ ਕਰਨਗੇ। ਪਰ ਉਹ ਕਹਿੰਦੇ ਕਿ ਤਾਂ ਐਲੀਗੇਸ਼ਨ ਸੀ, ਵੈਂਡੇਟਾ ਕਰ ਦਿੱਤਾ ਗਿਆ। ਮੇਰੀ ਗੱਲ ਸੁਣੋ, ਮੈਂ ਵੈਂਡੇਟੇ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ। ਜੇ ਵੈਂਡੇਟਾ ਸੀ ਤੇ ਇਹਦੀ ਬੇਲ ਕੈਂਸਲ ਕਿਉਂ ਹੋਈ? ਜੇ ਵੈਂਡੇਟਾ ਸੀ ਤੇ ਸੁਪਰੀਮ ਕੋਰਟ ਨੇ ਕਿਉਂ ਕਿਹਾ ਕਿ ਜਾ ਕੇ ਸਰੈਂਡਰ ਕਰ 24 ਤਰੀਕ ਨੂੰ? ਵੈਂਡੇਟਾ ਤੇ ਇਮੀਡੀਏਟਲੀ ਕੁਐਸ਼ਨ ਹੋਣੀ ਚਾਹੀਦੀ ਸੀ, FIR ਖੁਆਇਸ਼ ਹੋਣੀ ਚਾਹੀਦੀ ਸੀ। ਉਹ ਕਿਉਂ ਨਹੀਂ ਹੋਈਆਂ? ਫਿਰ ਸਿੱਧੂ ਉਹਨਾਂ ਨਾਲ ਹੋਈ ਗੱਲ? ਮੇਰੀ ਹੁੰਦੀ ਰਹਿੰਦੀ ਹੈ, ਇੱਥੇ ਵੀ ਇਕੱਠੇ ਸੀ। ਹੁਣ ਮੈਂ ਟੈਲੀਫੋਨ ਤੇ ਕੱਲ੍ਹ ਵੀ ਗੱਲ ਹੋਈ ਸਾਡੀ ਦੋਨਾਂ ਦੀ। ਕੀ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ? ਪੂਰੇ ਕੌਨਫੀਡੈਂਸ 'ਚ ਕਹਿੰਦਾ ਜਿੱਤੂਗਾ, ਔਰ ਕਹਿੰਦਾ ਧੌਣ ਤੇ ਗੋਡਾ ਰੱਖ ਕੇ ਜਿੱਤੂਗਾ, ਜਿੱਦਾਂ ਦੀ ਉਹਦੀ ਹੁੰਦੀ ਹੈ ਗੱਲ ਕਰਨ ਦਾ ਸਟਾਈਲ। ਤੇ ਤੁਸੀਂ ਧੌਣ ਤੇ ਗੋਡਾ ਰੱਖ ਕੇ ਕਿਵੇਂ ਜਿੱਤੋਗੇ? ਇਹ ਕੀ ਲੱਗ ਰਿਹਾ? ਕੰਪੀਟੀਸ਼ਨ ਕਿੰਨਾ ਕਰੂਗਾ? ਮਾਰਜਨ ਕਿੰਨਾ ਕੁ ਲੱਗ ਰਿਹਾ ਤੁਹਾਨੂੰ ਜਦੋਂ ਲੋਕਾਂ ਦੇ ਵਿੱਚ ਵਿਚਰ? ਔਰ ਕਿਹਦੇ ਨਾਲ ਰਹੂਗਾ ਮੁਕਾਬਲਾ? ਇੱਕ ਪੈਟਰੋਲ ਪੰਪ ਤੇ ਰੁਕਿਆ, ਤੇ ਇੱਥੇ ਤੁਸੀਂ ਵੇਖ ਲਿਆ ਕਿ ਕਿਵੇਂ ਦੁਨੀਆ ਖੜੀ ਸੀ। ਉਹ ਛੋਟਾ ਜਿਹਾ ਪਿੰਡ ਕਾਲਾ ਕਰਾਇਆ, 250 ਵੋਟ ਆ, ਕਿੰਨੇ ਲੋਕ ਬੈਠੇ ਸੀ? ਠੀਕ ਨਹੀਂ ਜੀ? ਉਸ ਪਿੰਡ ਦੀ 250 ਆ, ਦੂਸਰੇ ਪਿੰਡ ਉਹਨਾਂ ਦਾ ਬੂਥ ਆ, ਤੇ ਤੁਸੀਂ ਪਹਿਲੇ ਨਾਨੋਹਾਰ ਨਿਊਜ਼ ਵੀ ਖੜੇ ਸੀ, ਤੇ ਉੱਥੇ ਵੀ ਤੁਸੀਂ ਦੇਖ ਲਿਆ। ਤੇ ਇਹਦੇ ਤੋਂ ਲਾ ਲਓ ਕਿੱਥੇ ਆਪਾਂ ਖੜੇ ਹਾਂ। ਇਹ ਜਿਹੜੇ ਲੋਕ ਆ ਰਹੇ ਆ, ਮੈਂ ਉਹ ਪੁੱਛ ਰਿਹਾ ਕਿ ਇਹ ਜਿਹੜੇ ਲੋਕ ਆ ਰਹੇ, ਤੁਹਾਨੂੰ ਪੂਰਾ ਕੌਨਫੀਡੈਂਸ ਹੈਗਾ ਇਹਨਾਂ ਲੋਕਾਂ ਤੇ ਕਿ ਵੋਟਾਂ ਦੇ ਵਿੱਚ ਵੀ ਤਬਦੀਲ? ਵਿੱਚ ਇੱਕ ਚੀਜ਼ ਹੈ ਕਿ ਡਬਲਿੰਗ ਨਹੀਂ ਕਰਦੇ। ਉਹਦੇ 'ਚੋਂ ਤੁਸੀਂ 5% ਲਾ ਲਓ, 10% ਲਾ ਲਓ, ਬਾਕੀ ਦੇ ਆਪਣੇ ਸਟੈਂਡ ਤੇ ਖੜੇ ਨੇ। ਪਰ ਉਹ ਵੀ ਜਿਹੜੇ ਆਉਂਦੇ ਨੇ, ਉਹ ਅਣਖੀ ਆਉਂਦੇ, ਉਹ ਇੱਕ ਦੂਜੇ ਦੀ ਮੀਟਿੰਗ 'ਚ ਜਾਂਦੇ ਨਹੀਂ। ਅੱਛਾ, ਤੁਸੀਂ ਮਾਝੇ ਦੀ ਗੱਲ ਕੀਤੀ, ਤੁਸੀਂ ਮਝੈਲ ਹੋ। ਮਾਝੇ ਵਾਲੇ ਕਹਿੰਦੇ ਕਿ ਜ਼ਬਾਨ ਜਿਹਨੂੰ ਫੜਾ ਦਿੰਦੇ ਆ ਪੱਕੇ ਹੁੰਦੇ, ਭਾਵੇਂ ਮਰ ਜਾਣ। ਪਰ ਇਹ ਦੱਸੋ, ਹੁਣ ਜਿਨ੍ਹਾਂ ਨੇ ਜ਼ਬਾਨ ਫੜਾਤੀ, ਇਹ ਤਾਂ ਨਹੀਂ ਕਿ ਜਦੋਂ ਤੁਸੀਂ ਜ਼ਿਕਰ ਕਰਿਆ ਕਿ ਡਬਲਿੰਗ ਨਹੀਂ ਕਰਦੇ, ਉਧਰ ਵੀ ਇੰਨਾ ਕੁ ਇਕੱਠ ਹੁੰਦਾ ਹੋਣਾ, ਜਾਂ ਇਸ ਤਰ੍ਹਾਂ ਲੋਕਾਂ ਦੀਆਂ ਰਿਪੋਰਟਾਂ ਪਹੁੰਚਦੀਆਂ ਹੋਣੀਆਂ ਤੁਹਾਡੇ ਕੋਲ? 70,000 ਵੋਟ ਆ, ਤੇ ਪਿੰਡ ਦੇ ਵਿੱਚ ਇਕੱਲੀ ਕਾਂਗਰਸ ਤੇ ਨਹੀਂ ਹੈਗੀ। ਠੀਕ ਨਹੀਂ? ਤੇ ਇਸ ਕਰਕੇ ਮੈਂ ਕੰਫਰਟੇਬਲੀ ਜਿੱਤਾਂਗੇ। ਔਰ ਮੁਕਾਬਲਾ ਕਿਹਦੇ ਨਾਲ ਮੰਨਦੇ ਨੇ ਸੁਖਜਿੰਦਰ ਸਿੰਘ ਰੰਧਾਵਾ? ਮੇਰੇ ਕੋਲ 3 ਬੰਦੇ ਖੜੇ ਨੇ, ਇੱਕ ਖੜਾ ਆਮ ਆਦਮੀ ਪਾਰਟੀ, ਇੱਕ ਅਕਾਲੀ ਦਲ, ਕਾਂਗਰਸ ਆਪਣੇ ਸਟੈਂਡ ਤੇ। ਔਰ ਕਾਂਗਰਸ ਦੀ ਬੜੀ ਜਿਹੜੀ ਠੋਕ ਕੇ ਵੋਟ ਜਿਹੜੀ ਪੈਂਦੀ ਹੈ ਕਾਂਗਰਸ ਨੂੰ। ਅੱਜ ਤੋਂ ਥੋੜੀ, ਜਦੋਂ ਤੋਂ 69 ਤੋਂ ਅਸੀਂ ਲੜਦੇ ਹੁੰਦੇ, ਸਾਡੇ ਪਰਿਵਾਰਕ ਸਾਂਝ ਹੈ ਲੋਕਾਂ ਦੇ ਨਾਲ। ਮੈਂ ਦੇਖ ਰਿਹਾ ਸੀਗਾ ਸਪੀਚ 'ਚ ਤੁਹਾਡੇ ਬੇਟੇ ਦੀ ਉਮਰ 21 ਸਾਲ ਹੈ। ਹਾਂਜੀ, ਮੈਨੂੰ ਭਾਈ ਸਾਹਿਬ ਹੁਣਾਂ ਨੇ, ਤਰੁਣ ਜੀ ਨੇ ਦੱਸਿਆ ਕਿ 21 ਸਾਲ ਉਮਰ ਹੈ ਉਹਨਾਂ ਦੀ। ਪਰ ਮੈਂ ਤਾਂ ਸਮਝਦਾ ਸੀ ਉਹ ਤਾਂ ਬਹੁਤ ਕੌਨਫੀਡੈਂਟ ਹੋ ਕੇ ਬੋਲਦੇ। ਮੈਂ ਦੇਖ ਰਿਹਾ ਇਸ ਇਲੈਕਸ਼ਨ ਦੇ ਵਿੱਚ ਲਗਭਗ ਪੰਜਾਬ ਨੂੰ ਕਵਰ ਕਰਨ ਦਾ ਮੌਕਾ ਮਿਲਿਆ ਰੰਧਾਵਾ ਸਾਹਿਬ। ਬਹੁਤ ਘੱਟ ਜਵਾਕ ਨੇ ਸਿਆਸਤਦਾਨਾਂ ਦੇ ਜਿਹੜੇ ਕਿ ਪੂਰੇ ਕੌਨਫੀਡੈਂਟ ਨਜ਼ਰ ਆਉਂਦੇ। ਉਧਰ ਰਾਜਾ ਵੜਿੰਗ ਹੁਣਾਂ ਦੀ ਬੇਟੀ ਹੈ, ਜਾਂ ਖੈਰ ਉਧਰ ਵੜਿੰਗ ਹੁਣਾਂ ਦੇ ਓਪੋਜਿਟ ਨੇ ਡਿੰਪੀ ਹੁਣੀ, ਉਹਨਾਂ ਦੇ ਵੀ ਜਵਾਕ ਪੂਰੇ। ਉਦੈਵੀਰ ਹੁਣੀ ਵੀ ਬਹੁਤ ਕੜਾਕੇਦਾਰ ਸਪੀਚ ਦਿੰਦੇ ਆ। ਐਂ ਲੱਗਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਲਕੁਲ ਡਿੱਟੋ ਬੋਲ ਰਹੇ ਹੁਣ। ਮੇਰੇ ਵੱਡਾ ਬ੍ਰਦਰ ਇੰਦਰਜੀਤ ਸਿੰਘ ਰੰਧਾਵਾ, ਉਹ ਪੋਲਿਟਿਕਸ ਵਿੱਚ ਸੀ, ਔਰ ਮੈਂ ਬਿਲਕੁਲ ਕਦੀ ਇੰਟਰਸਟ ਨਹੀਂ ਸੀ ਲਿਆ।
ਮੇਰੇ ਫਾਦਰ ਨੇ ਮੈਨੂੰ ਟਿਕਟ ਦਿੱਤੀ 97 ਤੋਂ 97 'ਚ। ਉਹਦੇ ਬਾਅਦ ਉਹਨਾਂ ਬਿਲਕੁਲ ਐਕਟਿਵ ਪੋਲਿਟਿਕਸ ਛੱਡ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਟ੍ਰੈਡੀਸ਼ਨਸ ਜਿਹੜੀਆਂ ਨੇ ਮੈਂ ਉਹ ਨਹੀਂ ਤੋੜਨਾ ਚਾਹੁੰਦਾ ਕਿ ਬਾਪ ਵੀ ਤੇ ਬੇਟਾ ਵੀ। ਆਹ ਕਰੋਨਾ ਕਰਕੇ ਇਲੈਕਸ਼ਨ ਕਰਕੇ ਮੈਂ ਇਹਨੂੰ ਕਿਹਾ ਕਿ ਤੂੰ ਜਾ ਕੇ ਮੇਰੇ ਕੋਲ ਜਾਇਆ ਨਹੀਂ ਜਾਂਦਾ, ਜ਼ਿਆਦਾ ਕੰਮ ਵੱਧ ਗਿਆ, ਤੂੰ ਸਟਾਰਟ ਕਰ। ਅਤੇ ਜਿਹੜਾ ਬੋਲਣਾ ਹੁੰਦਾ ਇਹ ਗੋਡ ਗਿਫਟਡ ਚੀਜ਼ ਹੁੰਦੀ ਹੈ, ਇਹ ਕਦੀ ਪੇਪਰ ਤੋਂ ਪੜ੍ਹ ਕੇ ਨਹੀਂ ਬੋਲਿਆ ਜਾਂਦਾ। ਔਰ ਮੇਰੇ ਫਾਦਰ ਦੀ ਤੁਸੀਂ ਕਦੀ ਸਪੀਚ ਨਹੀਂ ਸੁਣੀ, ਉਹਨਾਂ ਵਰਗੀ ਮੈਂ ਵੀ ਬਿਲਕੁਲ 10% ਵੀ ਉੱਦਾਂ ਦੀ ਬੋਲ ਨਹੀਂ ਸਕਦਾ ਜੋ ਉਹਨਾਂ ਕੋਲ ਹੁੰਦਾ ਹੈ। ਇਹ ਮੰਨਿਆ ਜਾਂਦਾ ਕਿ ਕਾਂਗਰਸ ਦੇ ਵਿੱਚ ਜੇ ਕੜਾਕੇਦਾਰ ਬੋਲਣ ਵਾਲੇ ਆ ਤਾਂ ਉਹਨਾਂ ਦੇ ਵਿੱਚ 5 7 10 ਲੋਕ ਆ, ਉਹਨਾਂ 'ਚ ਸੁਖਜਿੰਦਰ ਰੰਧਾਵਾ ਵੀ ਆਉਂਦੇ ਆ। ਤੇ ਬਿਲਕੁਲ ਕਿ ਕਾਂਗਰਸ ਦੇ ਵਿੱਚ ਜਿਹੜੇ ਬੋਲਣ ਵਾਲੇ ਆ ਤੇ ਬੋਲਿਆ ਤਾਂ ਜਾਂਦਾ ਜੇ ਤੁਹਾਡੇ 'ਚ ਕੋਈ ਚੀਜ਼ ਹੋਵੇ, ਤੁਹਾਡੇ ਪਿੱਛੇ ਓਨੈਸਟੀ ਹੋਵੇ, ਤੁਹਾਡੇ ਪਿੱਛੇ ਨੈਸ਼ਨੈਲਿਟੀ ਹੋਵੇ, ਤੁਹਾਡੇ ਪਿੱਛੇ ਤੁਹਾਡੀ ਇੰਟੈਗ੍ਰਿਟੀ ਤੁਹਾਡੀ ਜਿਹੜੀ ਉਹ ਠੀਕ ਹੋਣੀ ਚਾਹੀਦੀ ਹੈ, ਤੁਹਾਡੇ ਪਿੱਛੇ ਜਿਹੜੇ ਧਰਮ ਨੂੰ ਮੰਨਦੇ ਹੋ। ਮੈਂ ਪਹਿਲਾਂ ਸਿੱਖ ਹਾਂ, ਫਿਰ ਮੈਂ MLA ਜਾਂ ਕਾਂਗਰਸੀ ਹਾਂ। ਸਭ ਤੋਂ ਪਹਿਲਾਂ ਮੈਨੂੰ ਆਪਣੇ ਧਰਮ ਬਾਰੇ ਅਤੇ ਜਿਹੜੀ ਸਾਂਝੀਵਾਲਤਾ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਉਪਦੇਸ਼ ਦਿੱਤਾ। ਮੈਂ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਅਤੇ ਉੱਥੇ ਦੇ ਗੁਰੂ ਨਾਨਕ ਸਾਹਿਬ ਨੇ ਸੰਗਤ ਪੰਗਤ ਅਤੇ ਊਚ ਨੀਚ ਜਿਹੜੀ ਖਤਮ ਕੀਤੀ ਆ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਮੈਂ ਤਾਂ ਉਹਦੇ 'ਤੇ ਚੱਲਣ ਵਾਲਾ। ਰੰਧਾਵਾ ਸਾਹਿਬ ਕਦੇ ਡਰ ਲੱਗਦਾ ਕਿਉਂਕਿ ਪੰਗੇ ਤੁਸੀਂ ਬਹੁਤਿਆਂ ਨਾਲ ਲਏ ਹੋਏ ਆ, ਹਰੇਕ ਤੀਜੇ ਚੌਥੇ ਪੰਜਵੇਂ ਦਿਨ ਸਟੇਟਮੈਂਟ ਆਉਂਦੀ ਸੀ ਕਿ ਫਲਾਣੇ ਬੰਦੇ ਤੇ ਕਾਰਵਾਈ, ਅਸੀਂ ਇਹ ਕਰ ਦੇਣਾ ਉਹ ਕਰ ਦੇਣਾ। ਲਗਭਗ ਸਿਆਸਤਦਾਨਾਂ ਨਾਲ ਪੰਗੇ ਸੁਖਜਿੰਦਰ ਰੰਧਾਵਾ ਨੇ ਪਾਏ ਹੋਏ। ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਕਿ ਆਪਣੇ ਦੇਸ਼ ਦੀ ਖਾਤਰ ਬੰਦਾ ਜੇ ਨਹੀਂ ਪੰਗਾ ਲਏਗਾ ਤੇ ਕਦੀ ਵੀ ਉਹ ਸਕਸੈਸਫੁਲ ਨਹੀਂ ਹੋ ਸਕਦਾ। ਮੈਂ ਜੇ ਲਿਆ ਔਰ ਮੈਂ ਉਸ ਬੰਦੇ 'ਤੇ ਲਿਆ ਜਿਹਨੇ ਕੋਈ ਗਲਤੀ ਕੀਤੀ ਆ। ਜੇ ਮੈਂ ਬੋਲਦਾ ਰਿਹਾ, ਮੈਂ ਜੇ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਬੋਲਦਾ ਸੀ, ਮੈਂ ਕਹਿੰਦਾ ਸੀ ਕਿ ਕੈਪਟਨ ਸਾਹਿਬ ਤੁਸੀਂ ਝੂਠੀ ਸਹੁੰ ਖਾਧੀ ਆ, ਮੈਨੂੰ ਨੀਂਦ ਨਹੀਂ ਆਉਂਦੀ। ਜੇ ਮੈਂ ਇਹਨਾਂ ਦੇ ਅਗੇਂਸਟ ਬੋਲਦਾ ਸੀ ਤੇ ਉਹ ਮੈਂ ਚੀਜ਼ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਉਹਦੇ 'ਤੇ ਮੋਹਰ ਲਾਈ ਆ ਕਿ ਜਿਹੜੇ ਚਿੱਟਾ ਵੇਚਣ ਵਾਲੇ ਨੇ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨਹੀਂ ਖਲੋ ਸਕਦਾ। ਮੈਨੂੰ ਇਹ ਵੀ ਕਹਿ ਦਿੰਦੇ ਆ ਕਿ ਇਹ ਬੜਾ ਜੀ ਅੜਬਿਆ, ਬੜਾ ਕਿ ਨਾਲ ਔਖਾ ਬੋਲਦਾ। ਮੈਂ ਇਹਦੇ 'ਚ ਇੱਕ ਚੀਜ਼ ਦੱਸ ਦੇਣੀ ਚਾਹੁੰਦਾ, ਮੇਰੇ ਘਰ 'ਚ ਨਸ਼ਾ ਵੇਚਣ ਵਾਲਾ ਨਹੀਂ ਐਂਟਰ ਕਰ ਸਕਦਾ, ਮੇਰੇ ਨਾਲ ਬਦਮਾਸ਼ ਨਹੀਂ ਬੈਠ ਸਕਦਾ, ਮੇਰੇ ਨਾਲ ਕਿਸੇ ਦੀ ਇਹੋ ਜਿਹੀ ਫੋਟੋ ਨਹੀਂ ਆ ਸਕਦੀ। ਇਹ ਜਿਹੜੇ ਬੰਦੇ ਪੋਲੀਟਿਕਸ ਦੇ ਵਿੱਚ ਜਦੋਂ ਦਾ ਤੁਸੀਂ ਪੁਰਾਣੀ ਜੇ ਗੱਲ ਕੱਢੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 2012 ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇਹੋ ਜਿਹੀ ਕੋਈ ਚੀਜ਼ ਮਾਫੀਆ ਚਿੱਟਾ ਜਾਂ ਕੋਈ ਚੀਜ਼ ਨਹੀਂ ਸੀ ਜੁੜੀ। ਜਦੋਂ ਤੋਂ ਜੀਜੇ ਸਾਲੇ ਕੋਲ ਆ ਗਈ ਉਹਦੇ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਇਹਨਾਂ ਨੇ ਸਤਿਆਨਾਸ਼ ਕਰ ਦਿੱਤਾ। ਤੁਸੀਂ ਮੁਰੀਦ ਹੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ? ਮੈਂ ਮੁਰੀਦ ਨਹੀਂ, ਕਿਉਂਕਿ ਮੈਂ ਕਦੀ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਲਾਈਕ ਨਹੀਂ ਕੀਤਾ, ਪਰ ਮੈਂ ਐਜ ਏ ਬਜ਼ੁਰਗ ਉਹਨਾਂ ਦਾ ਮੈਂ ਬਹੁਤ ਰਿਸਪੈਕਟ ਕਰਦਾ। ਮੇਰੇ ਫਾਦਰ ਦੇ ਟਾਈਮ ਦੇ ਨੇ ਔਰ ਮੇਰੇ ਉਹਨਾਂ ਦੇ ਮਨ 'ਚ ਸਤਿਕਾਰ ਆ। ਪਰ ਜਿੱਥੋਂ ਤੱਕ ਅਕਾਲੀ ਦਲ ਕਾਂਗਰਸ ਦੀ ਗੱਲ ਹੈ, ਮੈਂ ਉਹ ਅਕਾਲੀ ਨੇ, ਉਹਨਾਂ ਨੇ ਪਾਰਟੀ ਬਦਲੀ ਆ, ਮੇਰੇ ਪਰਿਵਾਰ ਨੇ ਇੱਕ ਵਾਰੀ ਪਾਰਟੀ ਨਹੀਂ ਬਦਲੀ। ਉਹ ਕਾਂਗਰਸ ਦੀ ਟਿਕਟ ਤੋਂ ਲੜ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਨੇ ਅਤੇ ਮੇਰੇ ਪਰਿਵਾਰ ਨੇ ਜੋ 1921 ਤੋਂ ਚੱਲੇ ਆ। ਇੱਕ ਸਾਡਾ ਦੋਨਾਂ ਦਾ ਇੰਨਾ ਕੁ ਫਰਕ ਜ਼ਰੂਰ ਹੈਗਾ ਕਿ ਉਹ ਦਲ ਬਦਲੂ ਨੇ, ਮੈਂ ਦਲ ਬਦਲੂ ਨੇ। ਰੰਧਾਵਾ ਸਾਹਿਬ ਕਈ ਦਫਾ ਅਸੀਂ ਕਵਰ ਕਰਿਆ ਤੁਹਾਨੂੰ, ਤੁਸੀਂ ਕਈ ਵਾਰ ਇਮੋਸ਼ਨਲ ਹੋ ਜਾਂਦੇ ਹੋ ਔਰ ਹੁਣ ਵੀ ਇਮੋਸ਼ਨਲ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਲੱਗਦਾ ਕਿ ਯਾਰ ਆਹ ਕੰਮ ਸੀਗੇ? ਜਾਂ ਪੋਲਿਟਿਕਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਮੋਸ਼ਨਲ ਬੰਦਾ ਫੇਲ ਹੋ ਜਾਂਦਾ ਹੈ। ਬਿਲਕੁਲ। ਮੈਨੂੰ ਬੜੀ ਗਿਆਨੀ ਜੈਲ ਸਿੰਘ ਸਾਡੇ ਰਾਸ਼ਟਰਪਤੀ ਰਹੇ ਨੇ ਅਤੇ ਜਿਸ ਵੇਲੇ ਉਹ 77 'ਚ ਚੀਫ ਮਿਨਿਸਟਰੀ ਤੋਂ ਉਤਰ ਗਏ ਅਤੇ ਉਹਨਾਂ ਨੂੰ ਮੈਂ ਮਿਲਣ ਗਿਆ ਅਤੇ ਮੈਨੂੰ ਕਹਿੰਦੇ ਪੋਲਿਟਿਕਸ ਵਿੱਚ ਜਾਣਾ। ਮੈਂ ਜੀ ਨਹੀਂ ਜਾਣਾ। ਕਹਿੰਦੇ ਕਿਉਂ? ਮੈਂ ਤੁਹਾਡੇ 'ਤੇ ਬਾਦਲਾਂ ਨੇ ਝੂਠਾ ਕੇਸ ਬਣਾਇਆ, ਮੈਂ ਤਾਂ ਨਹੀਂ ਜਾਂਦਾ। ਤੁਹਾਡਾ ਮਨ ਨਹੀਂ ਸੀ ਪੋਲਿਟਿਕਸ 'ਚ ਆਉਣ? ਮੇਰਾ ਕਦੀ ਵੀ ਮਨ ਨਹੀਂ ਸੀ ਬਣਿਆ। ਇਹ ਤਾਂ ਬਾਈ ਚਾਂਸ 97 'ਚ ਆ ਗਿਆ ਅਤੇ ਪਤਾ ਨਹੀਂ ਕਿਉਂ ਮੇਰੇ ਫਾਦਰ ਨੇ, ਕਿਉਂਕਿ ਮੇਰਾ ਬ੍ਰਦਰ ਸੀਗਾ ਪੋਲਿਟਿਕਸ, ਮੈਨੂੰ ਪਤਾ ਨਹੀਂ ਕਿਵੇਂ ਟਿਕਟ ਮਿਲ ਗਈ, ਕਿਉਂ ਮਿਲ ਗਈ ਅਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ। ਮੈਂ ਵਾਕਈ ਓਨੈਸਟਲੀ ਮੈਂ ਪੋਲਿਟਿਕਸ ਨੂੰ ਮੈਨੂੰ ਕਿ ਠੀਕ ਪਾਸੇ ਲੱਗਣਾ ਚਾਹੀਦਾ। ਔਰ ਉਹਦੇ 'ਚ ਗਿਆਨੀ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਪੋਲਿਟਿਕਸ ਵਿੱਚ ਬੇਟਾ ਜਾਣਾ? ਮੈਂ ਜੀ ਨਾ। ਕਹਿੰਦੇ ਕਦੀ ਮਨ ਬਣ ਗਿਆ? ਮੈਂ ਜੀ ਕੀ ਗੱਲ ਤੁਸੀਂ ਮੈਨੂੰ ਇੰਨਾ ਕਿਉਂ ਕਹੀ ਜਾਂਦੇ ਹੋ? ਕਹਿੰਦੇ ਕਿ ਬੇਸ਼ਰਮ ਬਣ ਸਕਦਾ? ਮੈਂ ਜੀ ਬਿਲਕੁਲ ਨਹੀਂ। ਕਹਿੰਦੇ ਫੇਰ ਨਾ ਜਾਈ। ਕਹਿੰਦੇ ਜਿੰਨਾ ਵੱਡਾ ਬੇਸ਼ਰਮ ਹੋਏਗਾ ਓਨਾ ਵੱਡਾ ਪੋਲੀਟੀਸ਼ੀਅਨ ਹੋਏਗਾ। ਮੈਂ ਗਿਆਨੀ ਜੀ ਬੜਾ ਔਖਾ। ਅਤੇ ਪਰ ਇਹ ਜਦੋਂ ਮੈਂ ਵੇਖਦਾ, ਮੈਂ ਉਹਨਾਂ ਨੂੰ ਇੱਦਾਂ ਦੀ ਕੋਟੇਸ਼ਨ ਗਿਆਨੀ ਜੀ ਦੀ, ਵਾਕਿਆ ਹੀ
ਸਾਨੂੰ ਲੋਕਾਂ ਦੀ ਇਹ ਜਿਹੜੀ ਧਾਰਨਾ ਬਣੀ ਹੈ, ਇਹ ਤੋੜਨੀ ਪਏਗੀ। ਪੋਲੀਟੀਕਲ ਬੰਦਿਆਂ ਨੂੰ ਇਹ ਦੱਸਣਾ ਪਏਗਾ ਕਿ ਅਸੀਂ ਲੋਕਾਂ ਲਈ ਹਾਂ, ਤੁਹਾਡੀ ਸੇਵਾ ਕਰਨ ਲਈ ਹਾਂ। ਅੱਜ ਜਿਹੜਾ ਕੋਈ ਸਾਡੇ ਵੱਲ ਜਦੋਂ ਇਹ ਚੀਜ਼ ਕਰਕੇ ਦੇਖਦਾ ਕਿ ਚੱਲ ਇਹ ਪੋਲੀਟੀਸ਼ੀਅਨ ਕਰਪਟ ਹੁੰਦੇ ਨੇ, ਉਦੋਂ ਮਨ ਨੂੰ ਬੜਾ ਦੁੱਖ ਲੱਗਦਾ ਕਿ ਇਹ ਛੱਡ ਦੇਣੀ ਚਾਹੀਦੀ ਹੈ ਚੀਜ਼। ਇਹ ਓਨੈਸਟੀ ਜਿਹੜੀ ਆ ਇਹ ਜਿੰਨੀ ਦੇਰ ਨਹੀਂ ਆਏਗੀ, ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਿੰਦ ਸਾਡੇ ਤੋਂ ਜਾਨਾਂ ਵਾਰ ਦਿੱਤੀਆਂ ਤੇ ਅੱਜ ਉਹਨਾਂ ਦੇ ਦੇਸ਼ ਦੇ ਵਿੱਚ ਸਾਡੇ ਤੇ ਕੋਈ ਉਂਗਲ ਖੜੀ ਕਰੇ ਪੋਲੀਟੀਕਲ ਆਦਮੀਆਂ ਤੇ ਬੜੀ ਸ਼ਰਮ ਵਾਲੀ ਗੱਲ ਹੈ। ਕਿਹੜੀ ਚੀਜ਼ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਬਹੁਤ ਇਮੋਸ਼ਨਲ ਹੋ ਜਾਂਦੇ? ਮੈਂ ਕਈ ਚੀਜ਼ਾਂ ਨੇ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ, ਨਸ਼ੇ ਔਰ ਵੱਖ-ਵੱਖ ਚੀਜ਼ਾਂ ਜਿਹੜੀਆਂ ਬਹੁਤ ਚੀਜ਼ਾਂ ਨੇ ਕਿ ਜਿਹੜਾ ਪੋਲੀਟੀਸ਼ੀਅਨ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ। ਬਹੁਤਾ ਮੈਂ ਇਮੋਸ਼ਨਲ ਉਸ ਚੀਜ਼ 'ਤੇ ਹੁੰਦਾ ਕਿ ਯਾਰ ਅਸੀਂ ਇੰਨੀ ਗਿਰ ਗਏ ਹਾਂ ਕਿ ਸਾਨੂੰ ਲੋਕ ਇਹ ਕਹਿ ਦੇਣ ਕਿ ਮੈਂ ਪੁਰਾਣੇ ਲੀਡਰਾਂ ਨੂੰ ਦੇਖਦਾ ਨਾ, ਲੋਕ ਰਸਤੇ 'ਚ ਖੜੇ ਹੋ ਕੇ ਕਹਿੰਦੇ ਮੇਰਾ ਲੀਡਰ ਆ ਗਿਆ। ਤੇ ਅੱਜ ਜੇ ਕੋਈ ਮੈਂ ਆਪਣੇ ਫਾਦਰ ਨਾਲ ਬੱਸ ਦੇ ਵਿੱਚ ਜਾਈਦਾ ਸੀ ਚੰਡੀਗੜ੍ਹ ਨੂੰ, ਜਦੋਂ 69 ਛੋਟੇ ਸੀਗੇ, ਤੇ ਲੋਕ ਰਸਤੇ 'ਚੋਂ ਆ ਕੇ ਮਿਲਦੇ ਹੁੰਦੇ ਸੀ ਕਿ ਐਮਐਲਏ ਸਾਹਿਬ ਵਾਸਤੇ ਆਏ ਨੇ ਤੁਹਾਨੂੰ? ਹਾਂਜੀ, ਕਿ ਲੋਕ ਆ ਕੇ ਮਿਲਦੇ ਹੁੰਦੇ ਸੀ ਕਿ ਐਮਐਲਏ ਸਾਹਿਬ ਆਓ ਤੁਸੀਂ ਸਾਡੀ ਸੀਟ ਤੇ ਬੈਠੋ। ਉਦੋਂ 1 2 3 ਸੀਟਾਂ ਦੇ ਉੱਤੇ ਐਮਐਲਏ ਲਿਖਿਆ ਹੁੰਦਾ ਸੀ। ਤਾਂ ਇਹ ਜਿਹੜੀ ਚੀਜ਼ ਆ ਇਹ ਸਾਨੂੰ ਕਰਨੀ ਪਏਗੀ ਕਿ ਲੋਕਾਂ 'ਚ ਵਿਸ਼ਵਾਸ ਪੈਦਾ ਕਰਨਾ ਪਏਗਾ। ਬੜਾ ਜ਼ਰੂਰੀ। ਕਿਹੜਾ ਵਾਅਦਾ ਕਰਦੇ ਹੋ ਅੱਜ ਪ੍ਰੋ ਪੰਜਾਬ ਟੀਵੀ ਤੇ ਲੋਕਾਂ ਦੇ ਨਾਲ, ਆਪਣੇ ਹਲਕੇ ਦੇ ਲੋਕਾਂ ਦੇ ਨਾਲ? ਮੈਂ ਤਾਂ ਇਹ ਵਾਅਦਾ ਕਰੂੰਗਾ ਕਿ ਜਿਸ ਦਿਨ ਸੁਖਜਿੰਦਰ ਸਿੰਘ ਰੰਧਾਵਾ ਬੇਈਮਾਨ ਬਣ ਗਿਆ, ਉਸ ਦਿਨ ਸੁਖਜਿੰਦਰ ਸਿੰਘ ਰੰਧਾਵਾ ਖਤਮ ਹੋ ਗਿਆ। ਇਹ ਵੀ ਕਹਿੰਦੇ ਹੋ ਕਿ ਜਿੱਦਣ ਸੁਖਜਿੰਦਰ ਸਿੰਘ ਰੰਧਾਵਾ ਬੇਈਮਾਨ ਬਣ ਗਿਆ ਵੋਟ ਵੀ ਨਾ ਪਾਏ? ਬਿਲਕੁਲ ਇਹ ਵੀ ਕਹਿੰਦਾ ਕਿ ਮੈਨੂੰ ਪਤਾ ਨਹੀਂ ਟੀਵੀ 'ਤੇ ਕਹਿਣੇ 'ਚ ਜੇ ਨਹੀਂ ਤੁਹਾਨੂੰ ਚੰਗੀ ਲੱਗੇਗੀ ਤੇ ਕੱਟ ਦਿਓ। ਤੂੰ ਕਿਉਂਕਿ ਇਹ ਕਿਹੜਾ ਠੀਕ ਹੈ, ਕਿਉਂਕਿ ਮੈਂ ਇਹ ਸਵਾਲ ਤਾਂ ਪੁੱਛਿਆ, ਮੈਂ ਦੱਸ ਰਿਹਾ ਤੁਹਾਨੂੰ। ਇਹਦਾ ਮੈਂ ਜਵਾਬ ਦੇਣ ਲੱਗਾ। 74 ਦੇ ਵਿੱਚ ਮੇਰੇ ਫਾਦਰ ਮਿਨਿਸਟਰ ਸੀਗੇ। ਕਿਸੇ ਬੰਦੇ ਨੇ ਕਿਹਾ ਕਿ ਓਨੈਸਟ ਰਹਿਣਾ ਚਾਹੀਦਾ, ਆਹ ਕਰਨਾ ਚਾਹੀਦਾ, ਸਭ ਕੁਝ ਕਰਨਾ ਚਾਹੀਦਾ। ਉਹਨਾਂ ਨੇ ਉੱਠ ਕੇ ਆਖਿਆ, ਕਹਿੰਦੇ ਮੈਂ ਨਾਰੇ 2 ਲਾਊਂਗਾ। ਕਹਿੰਦੇ ਜੀ ਕੀ? ਇਹਨਾਂ ਉੱਠ ਕੇ ਆਖਿਆ ਕਿ ਰਿਸ਼ਵਤ ਲੈਣ ਵਾਲਾ, ਤੇ ਕਹਿੰਦੇ ਤੁਸੀਂ ਕਹਿਣਾ ਕੁੱਤਾ। ਤੇ ਲੋਕਾਂ ਨੇ ਜਦੋਂ ਕਿਹਾ ਕਿ ਰਿਸ਼ਵਤ ਲੈਣ ਵਾਲਾ, ਬਹੁਤ ਉੱਚੀ ਆਵਾਜ਼ ਆਈ ਕੁੱਤਾ। ਤੇ ਕਹਿੰਦੇ ਰਿਸ਼ਵਤ ਦੇਣ ਵਾਲਾ ਹੁਣ ਇਹ ਵੀ ਕਹੋ ਕੁੱਤਾ, ਤੇ ਉਹਦੇ 'ਚ ਅੱਧੀ ਆਵਾਜ਼ ਆਈ ਕੁੱਤਾ। ਤੇ ਇਸ ਕਰਕੇ ਰਿਸ਼ਵਤ ਲੈਣ ਵਾਲਾ ਲੀਡਰ ਨੂੰ ਬਿਲਕੁਲ ਰਿਜੈਕਟ ਕਰ ਦੇਣਾ ਚਾਹੀਦਾ, ਜਿਹੜਾ ਕੋਈ ਬੇਈਮਾਨ ਲੀਡਰ ਹੈ। ਮੈਂ ਜਿਸ ਦਿਨ ਮੇਰੇ ਤੇ ਕੋਈ ਐਲੀਗੇਸ਼ਨ ਵਿਦ ਪ੍ਰੂਫ ਲੱਗ ਗਿਆ, ਸੁਖਜਿੰਦਰ ਸਿੰਘ ਰੰਧਾਵਾ 1 ਦਿਨ 'ਚ ਰਿਜ਼ਾਈਨ ਕਰਕੇ ਆਪਣੇ ਘਰ ਚਲਾ ਜਾਏਗਾ ਔਰ ਬਿਲਕੁਲ ਕਹੇਗਾ ਕਿ ਮੈਨੂੰ ਅਰੈਸਟ ਕਰੋ ਤੇ ਮੇਰੇ ਤੇ ਕੇਸ ਚਲਾਓ। ਦੇਖ ਲਓ, ਇਹ ਗੱਲ ਤੁਸੀਂ ਕਹਿ ਰਹੇ ਹੋ ਕਿਉਂਕਿ ਮੈਂ ਕਹਿ ਨਹੀਂ ਰਿਹਾ, ਮੈਂ ਤੇ ਕਹਿ ਰਿਹਾ, ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ। ਇਹੋ ਹੀ ਉਦੋਂ ਚੁੱਕ ਕੇ ਤੇ ਕੋਰਟ 'ਚ ਲੈ ਜਾਓ। ਕਿਆ ਤੂੰ ਕਿਹਾ ਸੀ? ਇਹ ਸਵਾਲ ਮੈਂ ਤੁਹਾਡੇ ਤੋਂ ਤਾਂ ਪੁੱਛਿਆ ਕਿਉਂਕਿ ਹਰ ਤੀਜੇ ਚੌਥੇ ਤੇ ਕਰਪਸ਼ਨ ਦਾ ਚਾਰ ਕੋਈ ਐਲੀਗੇਸ਼ਨ, ਪਰ ਮੈਂ ਤੁਹਾਡੇ ਤੋਂ ਤਾਂ ਪੁੱਛਿਆ ਕਿਉਂਕਿ ਬਹੁਤ ਸਾਰੇ ਲੋਕ ਉਮੀਦ ਭਰੀਆਂ ਨਿਗਾਹਾਂ ਨਾਲ ਦੇਖਦੇ ਆ ਤੁਹਾਨੂੰ, ਕਿਉਂਕਿ ਜੋ ਤੁਸੀਂ ਗੱਲ ਕਹਿੰਦੇ ਹੋ ਤੁਸੀਂ ਲੋਕ ਮੰਨਦੇ ਆ ਤੁਹਾਡੀ ਗੱਲ ਨੂੰ, ਔਰ ਹਲਕੇ ਦੇ ਲੋਕ ਖਾਸ ਕਰਕੇ ਮੰਨਦੇ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਗਏ। ਔਰ ਦੂਸਰੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਜਿਹੜੀ ਸੀਗੀ, ਹੋਮ ਮਿਨਿਸਟਰ ਸੀਗੇ ਤੁਸੀਂ, ਡਿਪਟੀ ਸੀਐਮ ਸੀ, ਇਸ ਕਰਕੇ ਮੈਂ ਕਿਹਾ ਵੀ ਸੁਖਜਿੰਦਰ ਸਿੰਘ ਰੰਧਾਵਾ ਤੇ ਜਦੋਂ ਵੀ ਕੋਈ ਕਰਪਸ਼ਨ ਦਾ ਚਾਰਜ ਲੱਗ ਗਿਆ ਤਾਂ ਕੀ ਅਸਤੀਫਾ ਦੇ ਦੇਣ। ਮੇਰੇ ਕੋਲ ਤੁਸੀਂ ਆਪ ਵੇਖ ਦਿਓ ਕਿ ਹੋਮ ਮਿਨਿਸਟਰੀ ਦੇ 3 ਮਹੀਨੇ ਆਈ ਆ। ਮੇਰੇ ਕੋਲ ਤਾਂ ਪੰਜਾਬ ਦਾ 1 ਨੰਬਰ ਦਾ ਡਿਪਾਰਟਮੈਂਟ ਸੀ, ਕੋਆਪਰੇਟਿਵ। ਜੇਲ੍ਹਾਂ 'ਚ ਜੇ ਮੈਂ ਕਰਪਸ਼ਨ ਕਰਨੀ ਹੁੰਦੀ, ਮੈਂ ਜੇਲ੍ਹਾਂ 'ਚ ਪ੍ਰਾਈਵੇਟ ਜਿਹੜੀ ਪਰਚੇਜ਼ ਹੁੰਦੀ ਉਹ ਬੰਦ ਕਰਕੇ ਮੈਂ ਸਾਰੀ ਸਰਕਾਰੀ ਕਰ ਦਿੱਤੀ। ਤੇ ਇਹਦੇ ਤੋਂ ਵੱਧ ਹੁਣ ਓਨੈਸਟੀ ਦਾ ਮੈਂ ਸਰਟੀਫਿਕੇਟ ਕੀ ਕਰੂੰਗਾ ਕਿ ਜਿੰਨੀ ਪਰਚੇਜ਼ ਸੀਗੀ ਜੇਲ੍ਹਾਂ ਦੀ ਸਾਰੀ ਮਾਰਕਫੈਡ ਨੂੰ, ਸ਼ੂਗਰਫੈਡ, ਮਿਲਕਫੈਡ ਨੂੰ ਮੈਂ ਡਾਇਰੈਕਟ ਕਰ ਦਿੱਤੀ ਕਿ ਇਹ ਸਾਰੇ ਇੱਥੇ ਸਮਾਨ ਸਪਲਾਈ ਕਰਿਆ ਕਰਨਗੇ। ਲੋਕਾਂ ਨੂੰ ਰੋਟੀ ਤੇ ਚੰਗੀ ਮਿਲੇ, ਲੋਕਾਂ ਨੂੰ ਰਾਸ਼ਨ ਤੇ ਚੰਗਾ ਮਿਲੇ। ਤੇ ਜੇਲ੍ਹਾਂ ਦੇ ਵਿੱਚ ਜੋ ਮੈਂ ਸੁਧਾਰ ਕੀਤੇ ਨੇ ਤੇ ਉਹ ਵੀ ਸਾਰੀ ਦੁਨੀਆ ਨੂੰ ਪਤਾ। ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ। ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਸੀ ਅਸੀਂ ਅੱਜ, ਔਰ ਸੁਖਜਿੰਦਰ ਸਿੰਘ ਰੰਧਾਵਾ ਕੈਂਪੇਨਿੰਗ ਕਰ ਰਹੇ ਨੇ, ਘਰ ਘਰ ਜਾ ਰਹੇ ਨੇ। ਇੱਕ ਸਵਾਲ ਰੰਧਾਵਾ ਸਾਹਿਬ ਮੇਰਾ ਰਹਿ ਗਿਆ, ਮਾਫੀ ਚਾਹੁੰਦਾ, ਫੋਨ ਆ ਰਿਹਾ ਤੁਹਾਨੂੰ। ਮੈਨੂੰ ਇਹ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਤੁਹਾਡਾ ਫੋਨ ਨਹੀਂ ਚੁੱਕਦੇ ਸੀਗੇ, ਚਰਨਜੀਤ ਸਿੰਘ ਚੰਨੀ ਨਾਲ ਵੀ ਇਵੇਂ ਦੀ ਸਮੱਸਿਆ ਆ ਰਹੀ ਹੈ, ਫੋਨ ਚੱਕਦੇ? ਮੈਂ ਝੂਠ ਨਹੀਂ ਬੋਲਾਂਗਾ। ਚੰਨੀ ਸਾਹਿਬ ਤੇ ਚਲੋ ਆਪਣੇ ਭਰਾ ਨੇ, ਉਹਨਾਂ ਤੇ ਕਦੀ ਵੀ ਇਹੋ ਜਿਹੀ ਨਹੀਂ ਚੀਜ਼ ਕੀਤੀ। ਅੱਜ ਕੱਲ੍ਹ ਜ਼ਰੂਰ ਹੈ ਕਿ ਸਾਰੇ ਅਸੀਂ ਬਿਜ਼ੀ ਹਾਂ, ਕਿ ਜਿੱਦਾਂ ਮੈਂ ਤੁਹਾਡੇ ਨਾਲ ਦੇ ਰਿਹਾ, ਮੇਰੇ 10-12 ਕਾਲਸ ਆਈਆਂ ਹੋਣਗੀਆਂ, ਮੈਂ ਨਹੀਂ ਸੁਣੀਆਂ। ਕੈਪਟਨ ਅਮਰਿੰਦਰ ਸਿੰਘ ਮੇਰਾ ਟੈਲੀਫੋਨ ਚੁੱਕਦੇ ਸੀ, ਮੇਰਾ ਚੁੱਕਦੇ ਸੀ। ਮੈਂ ਕਰੋਨਾ 'ਚ ਵੀ ਮਿਲਦਾ ਰਿਹਾ, ਪਰ ਕਿਤੇ ਨਾ ਕਿਤੇ ਇਹ ਜ਼ਰੂਰ ਸੀ ਕਿ ਸਾਡੀ ਦੋਨਾਂ ਦੀ ਡਿਫਰੈਂਸਿਸ ਬਹੁਤ ਸੀਗੇ।
ਮੈਂ ਕਹਿ ਕੇ ਆਉਂਦਾ ਸੀ ਕਿ ਜੀ ਆਪਾਂ ਗਲਤ ਕਰ ਰਹੇ ਹਾਂ। ਜਿਹੜਾ ਚੀਫ ਮਿਨਿਸਟਰ ਸਰਕਾਰੀ ਘਰ ਹੀ ਛੱਡ ਗਿਆ 2 ਸਾਲ ਪਹਿਲਾਂ, ਉਹ ਵੈਸੇ ਚੀਫ ਮਿਨਿਸਟਰ ਰਹਿਣ ਦੇ ਹੱਕਦਾਰ ਵੀ ਨਹੀਂ ਸੀਗੇ। ਜੇ ਤੁਸੀਂ ਇਹ ਕਹਿੰਦੇ ਹੋ ਕਿ ਟੈਲੀਫੋਨ ਨਹੀਂ ਚੁੱਕਦਾ, ਨਹੀਂ ਚੁੱਕਦੇ ਹੋਣਗੇ ਬਾਕੀ ਵਜ਼ੀਰਾਂ ਦੇ, ਨਹੀਂ ਚੁੱਕਦੇ ਸੀ ਐਮਐਲਏ ਦੇ, ਮੇਰਾ ਟੈਲੀਫੋਨ ਵੀ ਚੁੱਕਦੇ ਸੀ ਔਰ ਮੇਰੀ ਗੱਲ ਕਰੀ ਨਹੀਂ ਸੀ ਮੰਨੀ। ਗੱਲ ਨਹੀਂ ਮੰਨਦੇ, ਗੱਲ ਬਿਲਕੁਲ ਨਹੀਂ ਸੀ ਮੰਨਦੇ। ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ 'ਚ ਕੀ ਕਮਜ਼ੋਰੀ ਆ ਗਈ ਕਿ ਬੜੀਆਂ ਸਾਨੂੰ ਉਹਨਾਂ ਤੋਂ ਆਸਾਂ ਸੀਗੀਆਂ, ਸਮਝ ਨਹੀਂ ਆਈ ਕਿ ਕੈਪਟਨ ਅਮਰਿੰਦਰ ਸਿੰਘ ਇੰਨਾ ਡਰਪੋਕ ਵੀ ਹੋ ਸਕਦਾ, ਇੰਨਾ ਝੂਠਾ ਵੀ ਹੋ ਸਕਦਾ। ਮੈਂ ਝੂਠਾ ਲਫ਼ਜ਼ ਕਹਿ ਰਿਹਾ। ਇਸ ਚੀਜ਼ ਨੂੰ ਲੈ ਕੇ ਵੀ ਇਮੋਸ਼ਨਲ ਹੋ ਜਾਂਦੇ ਹੋ ਕਿਉਂਕਿ ਜਦੋਂ ਸਹੁੰ ਖਾਧੀ ਸੀ ਕੈਪਟਨ ਸਾਹਿਬ ਨੇ ਉਦੋਂ ਤੁਸੀਂ ਵੀ ਨਾਲ ਖੜੇ ਸੀ, ਜਕਾਰਾ ਪਹਿਲਾਂ ਤੁਸੀਂ ਲਵਾਇਆ ਸੀ। ਮੈਂ ਬਿਲਕੁਲ ਉਹਨਾਂ ਨੂੰ ਕਿਹਾ ਕਿ ਕੈਪਟਨ ਸਾਹਿਬ ਤੁਹਾਨੂੰ ਤਾਂ ਪਤਾ ਨਹੀਂ ਬਾਬੇ ਨੇ ਕੁਝ ਕਹਿਣਾ ਕਿ ਨਹੀਂ ਕਹਿਣਾ, ਤੇ ਮੈਂ ਕਿਹਾ ਜਿਹੜੀ ਸਹੁੰ ਖਾਧੀ ਆ ਉਹ ਮੇਰੇ ਬਾਬੇ ਬੁੱਢਾ ਸਾਹਿਬ ਨੇ, ਰੰਧਾਵੇ ਨੇ ਆਪਣੇ ਸਿਰ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਸੀਸ ਤੇ ਰੱਖ ਕੇ ਤੇ ਉਹ ਜਾ ਕੇ ਸਥਾਪਿਤ ਕੀਤਾ ਸੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ 'ਚ। ਤੇ ਮੈਂ ਕਿਹਾ ਉਹ ਹਰੀ ਦਾ ਮੰਦਰ ਆ, ਤੁਹਾਨੂੰ ਤੇ ਮੈਨੂੰ ਨਹੀਂ ਲੱਗਦਾ ਖੁਦਾ ਇਹਦਾ, ਪਰ ਮੈਂ ਕਿਹਾ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਕਿ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾਧੀ ਆ ਤੇ ਇਹਨੂੰ ਆਪਾਂ ਪੂਰੇ ਕਰੀਏ। ਚਰਨਜੀਤ ਸਿੰਘ ਚੰਨੀ ਫੋਨ ਵੀ ਚੁੱਕ ਲੈਂਦੇ ਆ, ਕੰਮ ਵੀ ਕਰਦੇ ਆ। ਮੈਂ ਕਿਹਾ ਜੀ ਚਰਨਜੀਤ ਸਿੰਘ ਚੰਨੀ ਔਰ ਮੈਂ ਦੋਨਾਂ ਨੇ, ਤੁਸੀਂ ਦੇਖਦੇ ਵੀ ਰਹੇ ਹੋ ਕਿ ਅਸੀਂ ਤਕਰੀਬਨ 11 ਮਹੀਨੇ 111 ਦਿਨ ਇਕੱਠੇ ਹੀ ਰਹੇ ਹਾਂ। ਹਰ ਡਿਸੀਜਨ ਕਲੈਕਟਿਵ ਸਾਡਾ ਹੁੰਦਾ ਸੀ ਸਾਰੀ ਕੈਬਨਿਟ ਦਾ, ਔਰ ਹਫ਼ਤੇ 'ਚ 3 ਕੈਬਨਿਟ ਮੀਟਿੰਗਸ ਹੋ ਰਹੀਆਂ। ਇਹਦਾ ਮਤਲਬ ਸਾਰੇ ਮੰਤਰੀਆਂ ਨੂੰ ਪੁੱਛ ਕੇ, ਐਮਐਲਏ ਨੂੰ ਪੁੱਛ ਕੇ ਫਿਰ ਡਿਸੀਜਨ ਲਿਆ ਜਾਂਦਾ ਸੀ। ਕੈਪਟਨ ਸਾਹਿਬ ਤੇ ਮੇਰਾ ਖਿਆਲ ਕਿ ਜਿੰਨਾ ਚਿਰ ਕਰੋਨਾ ਰਿਹਾ ਕੈਬਨਿਟ ਹੀ ਨਹੀਂ ਕੀਤੀ। 1.5 ਸਾਲ ਪੰਜਾਬ ਸਰਕਾਰ ਹੀ ਗੁੰਮਸੁੰਮੀ ਹੋ ਗਈ, ਲੱਭੀ ਨਹੀਂ ਸਾਨੂੰ। ਅੱਛਾ, ਸਰਕਾਰ ਬਣਦੀ ਹੈ ਤਾਂ ਸੁਖਜਿੰਦਰ ਰੰਧਾਵਾ ਕਿਹੜਾ ਉਹਦਾ ਲੈਣਗੇ? ਇਹ ਸਵਾਲ ਅਜੇ ਦੇਖੋ ਮੈਂ ਪਹਿਲਾਂ ਹੀ ਪੁੱਛ ਰਿਹਾ। ਬਹੁਤ ਸਰਕਾਰ ਬਣਦੀ ਹੈ, ਮੈਂ ਤੇ ਕਹੂੰਗਾ ਕਿ ਜਿਹੜੇ ਮੇਰੇ ਕੋਲ ਕੰਮ ਹੋਮ 'ਚ ਅਧੂਰੇ ਰਹਿ ਗਏ ਨੇ। ਅੱਛਾ, ਦੁਬਾਰਾ ਹੋਮ ਮਿਨਿਸਟਰ ਬਣਨਾ। ਬਿਲਕੁਲ, ਹੋਮ ਵੀ ਤੇ ਕੋਆਪਰੇਸ਼ਨ ਜਿਹੜੀ ਆ ਉਹਦੇ 'ਚ ਲੋਕਾਂ ਦੀ ਸੇਵਾ ਕਰਨਾ। ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਇਹ ਪੰਜਾਬ ਦੀ ਬੈਕਬੋਨ ਹੈ। ਜੇ ਇਹਨੂੰ ਆਪਾਂ ਕਰ ਦਈਏ ਤੇ ਮੇਰੇ ਖਿਆਲ ਪੰਜਾਬ ਨੂੰ ਕਿਤੇ ਨਾ ਕਿਤੇ ਕੋਆਪਰੇਟਿਵ ਅੱਗੇ ਲੈ ਕੇ ਚਲੇ ਜਾਵਾਂਗੇ। ਬਹੁਤ ਸ਼ੁਕਰੀਆ ਰੰਧਾਵਾ ਸਾਹਿਬ ਸਮਾਂ ਦੇਣ ਵਾਸਤੇ। ਔਰ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦੇ ਨਾਲ ਸੀ ਅਸੀਂ, ਲਗਾਤਾਰ ਕੰਪੇਨਿੰਗ ਇਹਨਾਂ ਦੀ ਚੱਲ ਰਹੀ ਸੀ, ਦਿਖਾ ਰਹੇ ਸੀ ਅਸੀਂ ਕਿ ਕਿਸ ਤਰੀਕੇ ਦੇ ਨਾਲ ਕੰਪੇਨਿੰਗ ਚੱਲ ਰਹੀ ਹੈ। ਰੰਧਾਵਾ ਹੁਣਾਂ ਨੇ ਜਿਹੜੇ ਕੰਮ ਆਪਣੇ ਹਲਕੇ ਦੇ ਵਿੱਚ ਕੀਤੇ ਨੇ ਉਹ ਗਿਣਾ ਵੀ ਰਹੇ ਨੇ, ਤੇ ਨਾਲ ਹੀ ਅਰਵਿੰਦ ਕੇਜਰੀਵਾਲ ਜੋ ਕਿ ਕਹਿ ਰਹੇ ਕਿ ਦਿੱਲੀ ਮਾਡਲ ਪੰਜਾਬ 'ਚ ਲੈ ਕੇ ਆਉਣਾ, ਉਹਨਾਂ ਨੂੰ ਚੈਲੰਜ ਵੀ ਸੁਖਜਿੰਦਰ ਰੰਧਾਵਾ ਨੇ ਕੀਤਾ ਹੈ ਕਿ ਮੇਰੇ ਹਲਕੇ 'ਚ ਆ ਕੇ ਦੇਖ ਲਓ ਸਿੱਖਿਆ ਨੂੰ ਲੈ ਕੇ ਮੈਂ ਕੀ ਕੰਮ ਕੀਤਾ। ਤੇ ਨਾਲ ਹੀ ਇਹਨਾਂ ਨੇ ਚੈਲੰਜ ਕੀਤਾ ਬਾਕੀ ਦੇ ਜਿਹੜੇ ਸਿਆਸਤਦਾਨ ਨੇ, ਵਿਰੋਧੀਆਂ ਨੂੰ ਖਾਸ ਕਰਕੇ ਘੇਰਿਆ ਇਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਲੋਕ ਨਹੀਂ ਸੁਣਨਗੇ ਕਿਉਂਕਿ ਉਹਨਾਂ ਤੇ ਵੱਡੇ ਇਲਜ਼ਾਮ ਲੱਗੇ ਹੋਏ ਆ। ਤੇ ਇਹ ਕਹਿ ਰਹੇ ਨੇ ਕਿ ਦਾਅਵਾ ਕਰ ਰਹੇ ਨੇ ਕਿ ਬੇਸ਼ੱਕ ਪਾਰਟੀਆਂ ਨੇ ਬਾਕੀਆਂ ਨੇ ਵੀ ਉਮੀਦਵਾਰ ਉਤਾਰਿਆ ਪਰ ਸੁਖਜਿੰਦਰ ਸਿੰਘ ਰੰਧਾਵਾ ਇੱਥੋਂ ਜਿੱਤਣਗੇ। ਤੇ ਨਾਲ ਹੀ ਦਾਅਵਾ ਇਹ ਕਰ ਰਿਹਾ ਕਿ ਦੁਬਾਰਾ ਕਾਂਗਰਸ ਦੀ ਸਰਕਾਰ ਬਣੇਗੀ। ਤੇ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਸਰਕਾਰ ਬਣਦੀ ਹੈ ਤਾਂ ਹੋਮ ਮਿਨਿਸਟਰੀ ਲੈਣੀ ਪਸੰਦ ਕਰਨਗੇ ਕਿਉਂਕਿ ਕਹਿੰਦੇ ਕਿ ਬਹੁਤ ਸਾਰੇ ਕੰਮ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਮੇਰੇ ਪੈਂਡਿੰਗ ਰਹਿ ਗਏ ਆ ਉਹਨਾਂ ਨੂੰ ਵੀ ਪੂਰੇ ਕਰਨਾ। ਦੇਖਣਾ ਇਹ ਹੈ ਲੋਕ ਸੁਖਜਿੰਦਰ ਰੰਧਾਵਾ ਤੇ ਕਿੰਨਾ ਕੁ ਯਕੀਨ ਕਰਦੇ ਆ। ਕੈਮਰਾ ਪਰਸਨ ਗੁਰਸਿਮਰਨ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।